ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹੰ ਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ। ਪਰਵਾਣ ਗਣੀ ਸੇਈ ਆਏ ਸਫਲ ਤਿਨਾ ਕੇ ਕਾਮਾ। ਬੇਸੁਮਾਰ ਥਾਹ ਗਨਤ ਤੋਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਬਿਕਾਰਹਿ ਚਿਤਵਤੇ ਝੂਠੇ ਕਰਤੇ ਆਸ। ਮਨੋਰਥ ਕੋਇ ਨਾ ਪੂਰਿਓ ਚਾਲੇ ਊਠ ਨਿਰਾਸ। ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਗੁਰੂ ਕੀ ਕਾਰ ਕਮਾਉਣ ਦਾ, ਸ਼ਬਦ ਦੀ ਸਾਧਨਾ ਦੇ ਨਾਲ ਆਪਣੇ ਜੀਵਨ ਦੀ ਗੁਰਮੁਖੀ ਘਾੜਤ ਘੜਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਅਭਿਆਸ ਨਾਲ ਆਪ ਜੀ ਸਤਿਗੁਰੂ ਕੀ ਗਿਆਨਮਈ ਰਹਿਮਤ ਨੂੰ ਰੋਜ਼ਾਨਾ ਮੰਨਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਵਿਕਾਰ ਚਿਤਵਤੇ, ਝੂਠੇ ਕਰਤੇ ਆਸ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਦੋਂ ਮਨੁੱਖ ਦਵੈਤ ਨੂੰ ਤਿਆਗ ਦਿੰਦਾ ਹੈ, ਫਿਰ ਉਹਨੂੰ ਆਪਣੇ ਜੀਵਨ ਦੇ ਅਸਲ ਤੱਤ ਦੀ ਸਮਝ ਆਉਂਦੀ ਹੈ ਕਿ ਮੇਰਾ ਸਾਰਾ ਜੀਵਨ ਆਤਮ ਜੋਤ ਉੱਪਰ ਟਿਕਿਆ ਹੋਇਆ ਹੈ। ਫਿਰ ਇਸ ਨੂੰ ਸਮਝਦਿਆਂ ਜਦੋਂ ਜੀਵਨ ਦੇ ਵਿੱਚ ਸਭ ਕੁਝ ਨੂੰ ਤੇਰਾ ਜਾਣ ਕੇ ਸਭ ਤਰ੍ਹਾਂ ਦੇ ਯਤਨ ਨਾਲ, ਗਿਆਨ ਦੇ ਯਤਨ ਨਾਲ, ਸਮਰਪਣ ਦੇ ਯਤਨ ਨਾਲ, ਸੇਵਾ ਦੇ ਯਤਨ ਨਾਲ ਆਪਣੀ ਮੈਂ ਨੂੰ ਪੂਰੀ ਤਰ੍ਹਾਂ ਸਮੇਟ ਲੈਂਦਾ ਹੈ, ਸਮਾਪਤ ਕਰ ਲੈਂਦਾ ਹੈ ਅਤੇ ਪ੍ਰਭੂ ਦਾ ਰੂਪ ਹੋ ਕੇ ਉਹਦਾ ਤਸੱਵਰ ਧਾਰਨ ਕਰਕੇ ਜਿਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਉ ਮਿਟ ਜਾਂਦੀ ਹੈ। ਸਭ ਜਗ੍ਹਾ ਪਰਮੇਸ਼ਰ ਮੌਲਿਆ ਹੋਇਆ, ਰਮਿਆ ਹੋਇਆ ਨਜ਼ਰ ਆਉਂਦਾ ਹੈ। ਜਤ ਦੇਖੋ ਤਤ ਤੂੰ, ਕਿ ਜਦੋਂ ਮਨੁੱਖ ਦੀ ਮੈਂ ਦਾ ਸੰਪੂਰਨ ਨਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਵਿਕਾਰ ਚਿਤਵਤੇ, ਝੂਠੇ ਕਰਤੇ ਆਸ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦੇ ਵਿੱਚ ਜਦੋਂ ਕੇਵਲ ਵਿਕਾਰਾਂ ਦੇ ਤਲ 'ਤੇ ਸਿਮਰਤੀ ਚੱਲਦੀ ਰਹਿਣੀ, ਜੀਵਨ ਦੇ ਵਿੱਚ ਕਿਸੇ ਹੋਰ ਭਾਵ ਦਾ ਖਿਆਲ ਨਾ ਹੋਣਾ। ਇਸ ਕਰਕੇ ਸਾਡੇ ਜੀਵਨ ਦੀਆਂ ਦੋ ਅਵਸਥਾ ਨੇ। ਸਰੀਰ ਕਰਕੇ ਕੋਈ ਸਰੀਰ ਦੀ ਅਵਸਥਾ ਠੀਕ ਨਹੀਂ ਹੈ, ਉਹਨੂੰ ਰੋਗ ਕਿਹਾ ਜਾਂਦਾ, ਬਿਮਾਰੀ ਕਿਹਾ ਜਾਂਦਾ। ਉਹ ਸਰੀਰਕ ਤਲ 'ਤੇ ਉਹਦੇ ਸਰੀਰ ਦੇ ਤਲ 'ਤੇ ਖੁਦ ਵੀ ਅਨੁਭਵ ਹੋ ਜਾਂਦਾ ਹੈ। ਉਸ ਦੇ ਰੋਗ ਦੀ ਅਵਸਥਾ ਨੂੰ ਕੋਈ ਦੂਜਾ ਵੀ ਸਪਸ਼ਟ ਕਰ ਸਕਦਾ ਹੈ ਕਿ ਮਨੁੱਖ ਸਰੀਰਕ ਤਲ 'ਤੇ ਇਸ ਕਰਮ ਕਰਕੇ ਰੋਗੀ ਹੈ। ਪਰ ਦੂਜੀ ਤਰਫ ਮਨੁੱਖ ਦਾ ਜੀਵ ਮਨ ਹੈ, ਜਿਹੜਾ ਕਈ ਵਾਰੀ ਐਸੀਆਂ ਪ੍ਰਵਿਰਤੀਆਂ ਦੇ, ਐਸੀਆਂ ਬਿਰਤੀਆਂ ਦੇ ਅਧੀਨ ਹੋ ਜਾਂਦਾ ਹੈ ਜਿਹਦੇ ਕਰਕੇ ਉਹਦੇ ਜੀਵਨ ਦੇ ਅੰਤਰੀਵ ਹਿੱਸੇ ਦੇ ਵਿੱਚ ਪਾਪ ਦੀ, ਅਵਗੁਣ ਦੀ, ਗੁਨਾਹਾਂ ਦੀ, ਅਧਰਮ ਦੇ ਕੰਮ ਦੀ ਮੈਲ ਜਿਹੜੀ ਹੈ ਉਤਰਨੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਪ੍ਰਵਿਰਤੀਆਂ ਬਿਰਤੀਆਂ ਦੇ ਬਣੇ ਹੋਏ ਮਲੀਨ ਰੂਪ ਨੂੰ ਵਿਕਾਰ ਕਿਹਾ ਜਾਂਦਾ। ਭਾਵ ਕਿ ਜਦ ਮਨ ਰੋਗੀ ਹੈ ਅਤੇ ਮਨ ਦੇ ਰੋਗ ਨੂੰ ਵਿਕਾਰ ਕਹਿਣਾ ਪਏਗਾ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਵਿਕਾਰ ਚਿਤਵਤੇ। ਇਸ ਜੀਵਨ ਦੇ ਵਿੱਚ ਸਰੀਰ ਦੀ ਨਿਰੋਗ ਅਵਸਥਾ ਨੂੰ ਤਾਂ ਪੂਰੀ ਤਰ੍ਹਾਂ ਸੰਜਮ ਦੇ ਵਿੱਚ, ਸੰਭਾਲ ਵਿੱਚ ਰੱਖਿਆ ਹੋਇਆ ਹੈ, ਪਰ ਮਨ ਨਿਰੋਗੀ ਨਹੀਂ ਹੈ। ਅਤੇ ਵਿਕਾਰ ਚਿਤਵਤੇ, ਚਿਤਵਤੇ ਸ਼ਬਦ ਬੜਾ ਸਮਝ ਗੁਹਜ ਹੈ ਕਿ ਵਿਕਾਰਾਂ ਦੇ ਤਿੰਨ ਪੱਧਰ ਹਨ ਮਨੁੱਖ ਦੀ ਜ਼ਿੰਦਗੀ ਵਿੱਚ। ਇੱਕ ਹੈ ਵਿਕਾਰਾਂ ਦਾ ਰਸ, ਜਿਹੜਾ ਉਹਨੂੰ ਆਪਣੇ ਜੀਵਨ ਦੀ ਹੋਂਦ ਲਈ ਜ਼ਰੂਰੀ ਲੱਗਦਾ ਹੈ, ਜਾਂ ਜੀਵਨ ਦੇ ਵਿੱਚ ਜਦੋਂ ਵਿਖਿਆ ਰਸ ਭਾਰੂ ਹੁੰਦੇ ਨੇ ਉਦੋਂ ਵਿਕਾਰਾਂ ਦੇ ਰਸ ਨੂੰ ਮੰਨਣਾ ਮਨੁੱਖ ਆਪਣੀ ਲੋੜ ਸਮਝਦਾ ਹੈ। ਉਦਾਹਰਨ ਦੇ ਤੌਰ 'ਤੇ ਆਪਣੀ ਹਸਤੀ ਨੂੰ ਜਿਤਾਉਣਾ ਹੈ, ਦੋ ਵਿਕਾਰਾਂ ਦਾ ਸਹਾਰਾ ਲੈਂਦਾ ਹੈ। ਜਾਂ ਤਾਂ ਅਹੰਕਾਰ ਕਰਕੇ ਕਿਸੇ ਨੂੰ ਦਬਾਉਣ ਦੀ ਭਾਵਨਾ ਰੱਖਦਾ ਹੈ, ਜੇ ਅਹੰਕਾਰ ਕਰਕੇ ਨਹੀਂ ਤਾਂ ਕ੍ਰੋਧ ਦੇ ਨਾਲ ਦੂਜੇ ਦੇ ਜੀਵਨ ਨੂੰ ਦਬਾਉਣ ਦੀ ਮਨਸ਼ਾ ਰੱਖਦਾ ਹੈ। ਦੋ ਵਿਕਾਰਾਂ ਦੇ ਨਾਲ ਆਪਣੀ ਹੋਂਦ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਜਗਤ ਦੇ ਨਾਲ ਜੋੜਨਾ ਹੈ ਤਾਂ ਮੋਹ ਦਾ ਆਸਰਾ ਲੈਂਦਾ ਹੈ। ਇਸੇ ਤਰ੍ਹਾਂ ਜਗਤ ਦੀ ਸਗਲ ਪਦਾਰਥ ਦੀ ਪ੍ਰਾਪਤੀ ਦੀ ਜਾਇਜ਼ ਨਜਾਇਜ਼ ਚਾਹਨਾ ਰੱਖਦਾ ਹੈ, ਲੋਭ ਦਾ ਆਸਰਾ ਲੈਂਦਾ ਹੈ, ਅਤੇ ਮਨ ਦੇ ਅੰਦਰ ਜਿਹੜੀ ਮਲੀਨਤਾ ਕਰਕੇ, ਰੂਪ ਕਰਕੇ ਭੁੱਖ ਹੈ, ਉਹਦੇ ਲਈ ਕਾਮ ਦਾ ਆਸਰਾ ਲੈਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਿੰਨ ਪੱਧਰ ਹੁੰਦੇ ਨੇ। ਪਹਿਲਾ ਪੱਧਰ ਹੈ ਕੇਵਲ ਮਨੁੱਖ ਦੇ ਆਮ ਸਰੀਰਕ ਤਲ 'ਤੇ ਜਿਹੜਾ ਵਿਕਾਰਾਂ ਦਾ ਖਿਆਲ ਚੱਲਣਾ, ਮਤਲਬ ਕਿ ਕਦੇ ਕਦੇ ਜਿਵੇਂ ਭਾਰੀ ਹੋ ਜਾਣਾ ਵਿਕਾਰਾਂ ਦਾ ਸੁਭਾਅ ਅਤੇ ਸਰੀਰਕ ਤਲ 'ਤੇ ਉਸ ਕਰਮ ਨੂੰ ਕਰਨਾ, ਇਹ ਪਹਿਲਾ ਪੱਧਰ ਹੈ। ਦੂਜਾ ਪੱਧਰ ਹੈ ਕਿ ਮਨੁੱਖ ਦੀ ਜਿਹੜੀ ਹੈ ਹਰ ਵੇਲੇ ਸਿਮਰਤੀ ਵਿਕਾਰਾਂ ਦੀ ਪੂਰਤੀ ਤਰਫ ਲੱਗਦੀ ਰਹਿਣੀ। ਕਦੇ ਕਾਮ ਦੇ ਅਧੀਨ ਹੋ ਕੇ ਮੰਦਾ ਦੇਖਣ ਵੱਲ ਰੁਚਿਤ ਹੋਣਾ, ਕਦੇ ਲੋਭ ਦੀ ਨਜ਼ਰ ਨਾਲ ਪਰਾਏ ਧਨ ਨੂੰ ਅਪਹਰਣ ਕਰਨ ਦਾ, ਚੁਰਾਉਣ ਦਾ,
ਕਿਸੇ ਢੰਗ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਦੇ ਨਾਲ ਜੂਝਦੇ ਰਹਿਣਾ, ਕਦੇ ਕ੍ਰੋਧ ਦੀਆਂ ਹੋਰ ਪ੍ਰਵਿਰਤੀਆਂ ਦੇ ਅਧੀਨ ਹੋ ਕੇ ਈਰਖਾ ਦੇ ਸਹਿਤ ਹੋਣਾ, ਨਫ਼ਰਤ ਦੇ ਸਹਿਤ ਆਪਣੇ ਜੀਵਨ ਨੂੰ ਸਾਰਾ ਦਿਨ ਪਛੇਮਾਨ ਕਰਦੇ ਰਹਿਣਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਜਾ ਪੱਧਰ ਹੈ ਜਦੋਂ ਵਕਾਰ ਸਿਮਰਤੀ 'ਚ ਚੱਲਦੇ ਨੇ, ਸਰੀਰ 'ਚ ਭਾਵੇਂ ਨਾ ਪ੍ਰਗਟ ਹੋਣ, ਉਹਨਾਂ ਦਾ ਬਾਹਰੀ ਪ੍ਰਗਟਾਅ ਭਾਵੇਂ ਕੁਝ ਵੀ ਨਾ ਹੋਵੇ, ਲੱਗੇ ਹੀ ਨਾ ਕਿ ਇਹਨੂੰ ਬੰਦੇ ਨੂੰ ਕਦੀ ਕ੍ਰੋਧ ਆਇਆ ਨਹੀਂ, ਕਦੇ ਇਹਦੀ ਨਜ਼ਰ ਦਾ ਭਾਵ ਕਾਮ ਦੇ ਹਿਸਾਬ ਨਾਲ ਦੇਖਿਆ ਨਹੀਂ, ਕਦੀ ਅਹੰਕਾਰ ਦੇ ਬੋਲ ਇਹਦੇ ਮੂੰਹੋਂ ਸੁਣੇ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋ ਸਕਦਾ, ਔਰ ਦੁਨੀਆ ਦੇ ਵਿੱਚ ਐਸੇ ਕਈ ਸਸ਼ਕਤ ਬੰਦੇ ਮਿਲਦੇ ਨੇ ਜਿਨ੍ਹਾਂ ਨੇ ਆਪਣੇ ਮਨ ਦੀ ਸਾਰੇ ਸਰੂਪ ਨੂੰ ਆਪਣੇ ਦੇਹ ਦੇ ਉੱਪਰ ਵਿਅਕਤ ਹੋਣ ਤੋਂ ਰੋਕਿਆ ਹੁੰਦਾ। ਉਹ ਦੋ ਤਰ੍ਹਾਂ ਦਾ ਜੀਵਨ ਜਿਉਂਦੇ ਨੇ। ਉਹ ਆਪਣੇ ਇਨਰ ਦੀ ਲੈਂਗੁਏਜ ਨੂੰ ਆਪਣੇ ਮਸਤਕ ਦੇ ਉੱਪਰ ਆਪਣੀ ਬੋਲ ਬਾਣੀ ਆਪਣੇ ਜੀਵਨ ਦੇ ਬਾਹਰੀ ਪ੍ਰਭਾਵ 'ਤੇ ਨਹੀਂ ਆਉਣ ਦਿੰਦੇ ਹਨ, ਆਪਣੇ ਗਿਆਨ ਦੇ ਜ਼ੋਰ ਨਾਲ ਇਹਨਾਂ ਚੀਜ਼ਾਂ ਦੇ ਉੱਪਰ ਇੱਕ ਜ਼ਬਤ ਬਣਾ ਕੇ ਰੱਖਦੇ ਹਨ, ਪਰ ਅੰਤਰੀਵ 'ਚ ਚੱਲ ਰਿਹਾ ਹੁੰਦਾ। ਜਿਵੇਂ ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹਨ, ਜਿਵੇਂ ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ, ਦੇਸ਼ ਛੋੜ ਪਰਦੇਸੇ ਹਿਤਾਇਆ, ਪੰਚ ਚੰਡਾਲ ਨਾਲ ਹੀ ਲੈ ਆਇਆ। ਇਸਤਰੀ ਛੱਡ ਕੇ, ਪਰਿਵਾਰ ਛੱਡ ਕੇ, ਪਦਾਰਥ ਛੱਡ ਕੇ ਜੰਗਲ ਵਿੱਚ ਬੈਠ ਗਿਆ ਅਤੇ ਮੰਨਿਆ ਜਾ ਰਿਹਾ ਕਿ ਹੁਣ ਬਿਲਕੁਲ ਇਹ ਵਿਕਾਰਾਂ ਤੋਂ ਮੁਕਤ ਹੋ ਗਿਆ। ਪਰ ਕਹਿੰਦੇ ਜਿਹੜੇ ਪੰਚ ਚੰਡਾਲ ਹਨ ਉਹ ਇਹਦੇ ਅੰਦਰ ਉਹਨੇ ਵੀ ਚੱਲ ਰਹੇ ਹਨ। ਇਸ ਕਰਕੇ ਵਿਕਾਰਾਂ ਦਾ ਦੂਜਾ ਭਾਵ ਹੈ ਜਦੋਂ ਸਿਮਰਤੀ ਦੇ ਵਿੱਚ ਚੱਲਦੇ ਰਹਿਣ। ਇਹ ਪਹਿਲੇ ਪੱਧਰ 'ਤੇ ਹੱਲ ਹੈ ਥੋੜ੍ਹਾ ਬਹੁਤ, ਜਿਹੜਾ ਦੂਜੇ ਪੱਧਰ 'ਤੇ ਹੈ ਇਹਦਾ ਵੀ ਹੱਲ ਹੈ, ਪਰ ਇਹਦੇ ਲਈ ਸਾਧਨਾ ਬੜੀ ਜ਼ਿਆਦਾ ਚਾਹੀਦੀ ਕਿ ਮਨੁੱਖ ਦਾ ਪੂਰਾ ਯਤਨ ਹੋਵੇ। ਇਸ ਤੋਂ ਅਗਲੀ ਅਵਸਥਾ ਹੈ ਜਦੋਂ ਵਿਕਾਰਾਂ ਦੇ ਵਿੱਚ ਮਨ, ਬੁੱਧ, ਚਿੱਤ ਅਤੇ ਸੁਰਤ ਬਿਲਕੁਲ ਲਿਪਤ ਹੋ ਜਾਂਦੇ ਨੇ ਅਤੇ ਬੰਦਾ ਸਮੁੱਚੇ ਰੂਪ ਦੇ ਵਿੱਚ ਵਿਕਾਰੀ ਹੋ ਜਾਂਦਾ ਹੈ। ਹੁਣ ਇਹਦਾ ਭਾਵ ਕੀ ਹੈ? ਜਦੋਂ ਪਹਿਲਾ ਪੱਧਰ ਸੀ ਵਿਕਾਰਾਂ ਦਾ, ਉਦੋਂ ਕੇਵਲ ਸਰੀਰਕ ਤਲ 'ਤੇ ਜਾਂ ਆਪਣੇ ਜੀਵਨ ਦੀ ਲੋੜ ਲਈ ਵਿਕਾਰਾਂ ਦਾ ਆਸਰਾ ਲੈਂਦਾ ਹੈ, ਮਨ ਵਿਖਿਆਮਈ ਹੋਣ ਕਰਕੇ। ਪਰ ਜੇ ਉਹ ਪੂਰਤੀ ਨਹੀਂ ਹੋ ਰਹੀ ਫਿਰ ਮਾਨਸਿਕ ਰੂਪ ਦੇ ਵਿੱਚ ਪੂਰਤੀ ਕਰਦਾ ਹੈ। ਪਰ ਜਦੋਂ ਇਹ ਵੀ ਨਹੀਂ ਹੋ ਰਹੀ, ਇਹਨਾਂ ਦੋਵਾਂ ਪੱਧਰਾਂ 'ਤੇ ਸਰੀਰ ਅਤੇ ਮਨ ਵਿਕਾਰਾਂ ਦੀ ਅਧੀਨਗੀ ਗੁਲਾਮੀ ਕਰਦਾ ਹੈ। ਪਰ ਜਿਹੜਾ ਤੀਜਾ ਪੱਧਰ ਹੈ ਉਹਦੇ ਵਿੱਚ ਮਨੁੱਖ ਦਾ ਸਮੁੱਚਾ ਜੀਵਨ ਹੀ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ। ਫਿਰ ਮਨ ਕੀ ਹੈ? ਮਨ ਸਾਰਾ ਦਿਨ ਵੱਖੋ ਵੱਖ ਵਿਕਾਰਾਂ ਦੇ ਮਨਸੂਬੇ ਬਣਾਉਂਦਾ ਰਹਿੰਦਾ ਹੈ। ਜਿਹੜਾ ਚਿੱਤ ਹੈ ਉਹ ਫਿਰ ਉਸ ਸਾਰੇ ਨੂੰ ਅੱਗੇ ਕਰਮ ਬਣਨ ਦੇ ਵਾਲੀ ਤਰਕੀਬਾਂ ਦਿੰਦਾ। ਮਨ ਮਨਸੂਬੇ ਦਿੰਦਾ, ਉਸ ਮਨਸੂਬੇ ਨੂੰ ਕਰਮ ਵਿੱਚ ਕਿਵੇਂ ਲਿਆਂਦਾ ਜਾ ਸਕੇ, ਇਸ ਸਾਰੀ ਗੱਲ ਦਾ ਆਧਾਰ ਚਿੱਤ ਘੜਦਾ। ਜਿਹੜੀ ਬੁੱਧੀ ਘੜਦੀ, ਸੱਚ ਬੁੱਧੀ ਇਹਦਾ ਆਧਾਰ ਘੜਦੀ ਹੈ ਕਿ ਇਸ ਤਰ੍ਹਾਂ ਇਸ ਵਿਕਾਰ ਦੀ ਮਨਸ਼ਾ ਨੂੰ ਪੂਰਾ ਕੀਤਾ ਜਾ ਸਕਦਾ। ਅਤੇ ਅੱਗੇ ਜਿਹੜਾ ਚਿੱਤ ਹੈ, ਚਿੱਤ ਜਿਹੜਾ ਹੈ ਉਹ ਜਿਹੜਾ ਪਹਿਲਾਂ ਕੋਈ ਵਿਕਾਰ ਦਾ ਰਸ ਮਾਣਿਆ ਹੈ ਉਹਦੀ ਸਿਮਰਤੀ ਉਪਲਬਧ ਕਰਵਾਉਂਦਾ ਕਿ ਪਿਛਲੇ ਸਮੇਂ ਵਿਕਾਰ ਦਾ ਆਨੰਦ ਮਾਣਿਆ ਸੀ, ਬੜਾ ਰਸ ਆਇਆ ਸੀ। ਇਸ ਕਰਕੇ ਬੁੱਧੀ ਅਤੇ ਚਿੱਤ ਮਨ ਦੇ ਇੱਕ ਵਨਕਾਰੀ ਮਨਸੂਬੇ ਨੂੰ ਹੋਰ ਪੱਕਾ ਕਰਨ ਵਿੱਚ ਮਦਦ ਕਰਦੇ ਨੇ। ਅਤੇ ਅੱਗੇ ਬਚਦਾ ਬੰਦੇ ਦਾ ਅਹੰ ਜਿਹੜਾ ਹੈ ਵਿਕਾਰਾਂ ਦੇ ਵਿੱਚ ਲਿਪਤ ਹੋਣ ਕਰਕੇ ਇੰਨਾ ਵਿਗੜ ਜਾਂਦਾ ਹੈ। ਉਹ ਪਤਾ ਵੀ ਹੁੰਦਾ ਹੈ ਕਿ ਕਿਸੇ ਵਿਕਾਰ ਦੇ ਤਹਿਤ ਜੀਵਨ ਦੇ ਵਿੱਚ ਮੈਲ ਆਏਗੀ, ਗਿਰਾਵਟ ਆਏਗੀ, ਆਪਣੀ ਨਜ਼ਰ 'ਚ ਸ਼ਰਮਸਾਰ ਹੋਵਾਂਗੇ। ਪਰ ਅਹੰ ਦੀ ਜਿਹੜੀ ਅਹੰਕਾਰ ਦੀ ਭਾਵਨਾ ਕਿ ਅਸੀਂ ਕਿਸ ਗੱਲ ਦੀ ਪਰਵਾਹ ਨਹੀਂ ਮੰਨਦੇ, ਜਿਹੜਾ ਜੀਵਨ ਦਾ ਇਹ ਹਿੱਸਾ ਹੈ ਇਹ ਵੀ ਪਾਪ ਕਰਮ ਦੇ ਵਿੱਚ ਲਿਪਤ ਕਰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਪੱਧਰ 'ਤੇ ਹੈ ਉਹ ਇਸ ਜੀਵਨ ਦੀ ਬਾਜੀ ਹਾਰ ਚੁੱਕਾ। ਇਸ ਕਰਕੇ ਕਬੀਰ ਵਿਕਾਰ ਇਹ ਚਿੱਤਵਤੇ। ਇਸ ਕਰਕੇ ਅਸੀਂ ਅਧਿਆਤਮਕਤਾ ਦੀ ਗੱਲ ਕਰਦੇ ਹਾਂ। ਕਈ ਵਾਰੀ ਸਾਨੂੰ ਜਦ ਅਸੀਂ ਸਤਸੰਗਤ ਰੂਪ ਵਿੱਚ ਬਾਣੀ ਦੀ, ਗਿਆਨ ਦੀ ਵਿਚਾਰ ਕਰਦੇ ਹਾਂ ਤਾਂ ਪਦਾਰਥਕ ਨੁਕਤਾ ਸਾਡੀ ਬੁੱਧੀ ਦੇ ਉੱਪਰ ਪ੍ਰਭਾਵ ਪਾਉਂਦਾ ਹੋਏਗਾ ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੋਏਗਾ ਕਿ ਵੇਖੋ ਅਸੀਂ ਸਕੂਲ 'ਚ ਵਿੱਦਿਆ ਪੜ੍ਹੀ ਹੈ, ਉਹਦੇ ਕਰਕੇ ਨੌਕਰੀ ਪ੍ਰਾਪਤ ਕਰ ਲਵਾਂਗੇ। ਬਿਜ਼ਨਸ ਦੇ ਵਿੱਚ ਆਪਣੀ ਸਰੀਰ ਦੀ, ਆਪਣੀ ਬੁੱਧੀ ਦੀ ਊਰਜਾ ਲਗਾਈ ਹੈ, ਬੜਾ ਧਨ ਆ ਜਾਏਗਾ। ਹੋਰਾਂ ਫੀਲਡਾਂ 'ਚ ਮਿਹਨਤ ਕੀਤੀ ਹੈ ਅਤੇ ਸਾਨੂੰ ਉਹਦਾ ਪ੍ਰਭਾਵ ਵੀ ਸਿੱਧਾ ਪਤਾ ਲੱਗ ਜਾਂਦਾ, ਪੈਸੇ ਦੇ ਰੂਪ ਵਿੱਚ, ਪ੍ਰਸਿੱਧੀ ਦੇ ਰੂਪ ਵਿੱਚ। ਪਰ ਅਧਿਆਤਮਿਕਤਾ ਦੇ ਵਿੱਚ ਜਿਹੜਾ ਸਮਾਂ ਲਗਾਇਆ ਉਹਦਾ ਕਿਵੇਂ ਪਤਾ ਲੱਗੇ? ਉਹਦਾ ਪਤਾ ਇਉਂ ਲੱਗਦਾ ਹੈ ਕਿ ਮਨੁੱਖ ਦਾ ਅੰਤਰ ਜੀਵਨ ਜਿਹੜਾ ਹੈ ਉਹ ਬਿਲਕੁਲ ਨਿਰੋਗੀ ਹੋ ਜਾਂਦਾ ਹੈ, ਉਹ ਸਭ ਤਰ੍ਹਾਂ ਦੀਆਂ ਬੁਰੀਆਂ ਪ੍ਰਵਿਰਤੀਆਂ ਤੋਂ ਰਹਿਤ ਹੋ ਜਾਂਦਾ। ਇਸ ਕਰਕੇ ਅਧਿਆਤਮਿਕਤਾ ਜਿਹੜੀ ਹੈ ਉਹ ਮਨੁੱਖ ਦੇ ਅੰਤਰੀਵ ਉੱਪਰ ਜ਼ੋਰ ਦਿੰਦੀ ਹੈ। ਹੋ ਸਕਦਾ ਕਿਸੇ ਦੇਸ਼ ਦੀਆਂ ਸਿਹਤ ਸਹੂਲਤਾਂ
ਬੜੀਆਂ ਸੰਪੰਨ ਹੋਣ, 100 ਦੇ ਵਿੱਚੋਂ 99 ਬੰਦੇ ਨਿਰੋਗ ਹੋਣ। ਪਰ ਇਸ ਗੱਲ ਦੀ ਗਾਰੰਟੀ ਕਿਸੇ ਦੇਸ਼ ਦੀ ਸਿਹਤ ਪ੍ਰਬੰਧਨ ਨਹੀਂ ਚੁੱਕਦਾ ਕਿ ਅਸੀਂ ਬੰਦਿਆਂ ਨੂੰ ਵਿਕਾਰੀ ਹੋਣ ਤੋਂ ਵੀ ਰੋਕ ਲਵਾਂਗੇ। ਇਸ ਕਰਕੇ ਵਿਕਾਰ ਦੇ ਉੱਪਰ ਕਿਸੇ ਦਾ ਧਿਆਨ ਨਹੀਂ, ਇੱਥੋਂ ਤੱਕ ਕਿ ਜਿਹੜਾ ਮਾਤਾ ਪਿਤਾ ਹੈ ਉਹ ਵੀ ਬੱਚੇ ਦੀ ਪਰਵਰਿਸ਼ ਦੇ ਉੱਪਰ ਉਹਦੀ ਸਰੀਰਕ 'ਤੇ ਧਿਆਨ ਰੱਖਦਾ ਹੈ। ਉਹਦੇ ਚਿੱਤ ਦੀ ਘਾੜਤ ਕਿਵੇਂ ਹੋਈ ਜਾ ਰਹੀ ਹੈ, ਉਹ ਚੀਜ਼ਾਂ ਨੂੰ ਦੇਖਣ ਕਿਵੇਂ ਲੱਗ ਪਿਆ ਹੈ, ਉਹਦੇ ਅੰਦਰ ਚੀਜ਼ਾਂ ਦੇ ਅਕਸ ਕਿਹੋ ਜਿਹੇ ਬਣਨ ਲੱਗ ਪਏ ਨੇ, ਇਸ ਗੱਲ ਦੀ ਖਿਆਲ ਕਦੀ ਮਾਤਾ ਪਿਤਾ ਨੂੰ ਨਹੀਂ ਆਉਂਦਾ। ਅੱਜ ਇਸ ਗੱਲ ਦੀ ਭਾਰੀ ਚਿੰਤਾ ਹੈ ਕਿ ਨਸ਼ਾਗ੍ਰਸਤ ਲੋਕ ਬਹੁਤ ਵੱਧ ਰਹੇ ਨੇ, ਪਰ ਇਸ ਗੱਲ ਦੀ ਕਤਈ ਵੀ ਚਿੰਤਾ ਨਹੀਂ ਹੈ ਕਿ ਵਿਕਾਰੀ ਤਲ 'ਤੇ ਮਨੁੱਖ ਦਾ ਜੀਵਨ ਜਿਹੜਾ ਹੈ ਇੱਕ ਗੰਦਗੀ ਦੇ ਕੀੜੇ ਨਾਲੋਂ ਵੀ ਨਿਮਨ ਜਾ ਚੁੱਕਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ, ਕੁਦਰਤੀ ਮੈਂ ਇਸ ਸ਼ਲੋਕ ਨੂੰ ਪਹਿਲਾਂ ਕਥਾ ਤੋਂ ਪਹਿਲਾਂ ਵਾਚ ਰਿਹਾ ਸਾਂ ਤਾਂ ਸੁਭਾਵਕ ਇਹ ਖਿਆਲ ਬਣਿਆ ਕਿ ਭਗਤ ਕਬੀਰ ਸਾਹਿਬ ਜੀ ਨੇ ਵਿਕਾਰ ਤਾਂ ਠੀਕ ਹੈ ਕਹਿ ਦਿੱਤਾ, ਉਹਦਾ ਹੋਰ ਜਗ੍ਹਾ ਵੀ ਬਾਣੀ 'ਚ ਜ਼ਿਕਰ ਆਇਆ, ਇਹ ਤਾਂ ਠੀਕ ਹੈ, ਸੁਭਾਵਕ ਹੈ, ਪਰ ਚਿਤਵਤੇ ਦਾ ਮਤਲਬ ਕੀ ਹੈ? ਚਿਤਵਤੇ ਦਾ ਮਤਲਬ ਜਿਹੜਾ ਆਪ ਜੀ ਨਾਲ ਸਾਂਝਾ ਕੀਤਾ ਕਿ ਉਹਦਾ ਸਾਰਾ ਕੁਝ ਇਹਦੇ ਵਿੱਚ ਹੀ ਲਿਪਤ ਹੋ ਜਾਣਾ, ਉਹਦਾ ਸਾਰਾ ਕੁਝ ਹੀ ਇਹਦੇ ਵਿੱਚ ਲੈ ਜਾਣਾ। ਜਦੋਂ ਪਿਛਲੇ ਸਮਿਆਂ ਦੇ ਵਿੱਚ ਮਹਾਂਮਾਰੀ ਦਾ ਦੌਰ ਗੁਜ਼ਰਿਆ, ਔਨਲਾਈਨ ਪੜ੍ਹਾਈ ਦੇ ਸਿਲਸਿਲੇ ਚੱਲੇ, ਦਿੱਲੀ ਦੇ ਵਿੱਚ ਇੱਕ ਐਸੀ ਘਟਨਾ ਸਾਹਮਣੇ ਆਈ, ਬੱਚਿਆਂ ਦੀ ਬਹੁਤ ਛੋਟੀ ਉਮਰ ਦੇ ਤਲ 'ਤੇ 9-10 ਸਾਲ ਦੀ ਉਮਰ ਦੇ ਤਲ 'ਤੇ ਐਸੀ ਘਟਨਾ ਸਾਹਮਣੇ ਆਈ, ਜੇ ਕਿਤੇ ਆਪ ਜੀ ਨੂੰ ਉਹਦਾ ਕਿਤੇ ਸੂਚਨਾ ਦੇ ਮਾਧਿਅਮ ਦੁਆਰਾ ਪਤਾ ਲੱਗ ਜਾਏ ਤਾਂ ਮਨੁੱਖ ਸੋਚਣ 'ਤੇ ਮਜਬੂਰ ਹੋ ਜਾਏਗਾ ਕਿ ਜੀਵਨ ਦੀ ਕਿਸੇ ਵੱਡੀ ਅਵਸਥਾ 'ਤੇ ਜਾ ਕੇ ਵਿਕਾਰਾਂ ਦੇ ਵਿੱਚ ਪੂਰੀ ਤਰ੍ਹਾਂ ਗਰਕ ਹੋ ਜਾਣਾ ਤਾਂ ਸੁਣਿਆ ਸੀ। 8-10 ਸਾਲ ਦੀ ਉਮਰ 'ਤੇ ਵਿਕਾਰਾਂ ਦੀ ਰਸਾਤਲ ਵਿੱਚ ਇੰਨੇ ਗਰਕ ਹੋ ਜਾਣਾ, ਔਰ ਇਹੋ ਜਿਹੇ ਮਹਾਂਨਗਰ ਦੇ ਬੱਚੇ, ਦਿੱਲੀ ਨੂੰ ਮਹਾਂਨਗਰ ਮੰਨਿਆ ਜਾਂਦਾ ਹੈ, ਉੱਥੋਂ ਦੇ ਬੱਚਿਆਂ ਦਾ ਇਸ ਤਰ੍ਹਾਂ ਦੇ ਵਿਕਾਰੀ ਜੀਵਨ ਦੇ ਵਿੱਚ ਗ੍ਰਸਤ ਹੋ ਜਾਣਾ, ਕਿੱਥੋਂ ਇਹ ਸਾਰਾ ਕੁਝ ਪੈਦਾ ਹੋਇਆ? ਇਹ ਬੜੇ ਕਰੂਰ ਸਾਡੇ ਸਾਹਮਣੇ ਆਉਣ ਵਾਲੇ ਸਮੇਂ 'ਚ ਅਸਲੀਅਤਾਂ ਵਾਪਰਦੀਆਂ ਨੇ, ਪਰ ਅਸੀਂ ਉਹਨੂੰ ਅਖਬਾਰੀ ਨੁਕਤੇ ਤੋਂ ਪੜ੍ਹ ਕੇ ਪਰਾਂ ਕਰ ਦਿੰਦੇ ਹਾਂ। ਕਦੀ ਸਾਨੂੰ ਆਪਣੀ ਸੁਸਾਇਟੀ ਦਾ ਕ੍ਰਾਈਸਿਸ ਨਹੀਂ ਨਜ਼ਰ ਆਉਂਦਾ ਕਿ ਜਿਹੜੀ ਵੀ ਘਟਨਾ ਨੂੰ ਜਿਹਨੂੰ ਅਸੀਂ ਅਖਬਾਰੀ ਨੁਕਤੇ ਤੋਂ ਪੜ੍ਹਿਆ ਹੈ, ਇਹ ਚਿੰਤਨ ਦੀ ਵੀ ਮੰਗ ਕਰਦੀ ਹੈ। ਇਹ ਸਾਡੇ ਉੱਪਰ ਪ੍ਰਸ਼ਨ ਚਿੰਨ੍ਹ ਵੀ ਲਗਾ ਰਹੀ ਹੈ ਕਿ ਅਸੀਂ ਹਿਊਮਨ ਬੀਇੰਗ ਹੋਣ ਦੇ ਨਾਤੇ ਕਿੰਨੇ ਕੁ ਆਪਣੇ ਮਨ ਦੇ ਤਲ 'ਤੇ, ਦ੍ਰਿਸ਼ਟੀ ਦੇ ਤਲ 'ਤੇ, ਇਮੋਸ਼ਨ ਦੇ ਤਲ 'ਤੇ ਦੂਜੀ ਸੁਸਾਇਟੀ ਜਾਂ ਦੂਜੇ ਦੀ ਜਿਹੜੀ ਅਦਬ ਹੈ ਉਹਦੇ ਪ੍ਰਤੀ ਇਮਾਨਦਾਰ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਵਿਕਾਰਹਿ ਚਿਤਵਤੇ ਝੂਠੇ ਕਰਤੇ ਆਸ। ਇਹਦੇ ਵਿੱਚ ਇੱਕ ਜ਼ਿਕਰ ਹੋਰ ਦੇ ਆਪ ਸਨਮੁਖ ਰੱਖਦਿਆਂ ਅਜਾਮਲ ਜੀ ਦਾ ਜ਼ਿਕਰ ਆਉਂਦਾ ਬਾਣੀ ਦੇ ਵਿੱਚ। ਉਹ ਬਹੁਤ ਵਿਦਵਾਨ ਮਨੁੱਖ ਸੀ, ਰੋਜ਼ਾਨਾ ਆਪਣੇ ਗੁਰੂ ਪਾਸ ਪੜ੍ਹਨ ਜਾਂਦਾ ਸੀ, ਅਤੇ ਉਹਦੇ ਪਿਤਾ ਆਪਣੇ ਗੁਰੂ ਕੋਲੋਂ ਵਿੱਦਿਆ ਪੜ੍ਹਨ ਤੋਂ ਬਾਅਦ ਉਹ ਨਗਰ ਤੋਂ ਬਾਰ-ਬਾਰ ਜਾਂਦਾ ਸੀ। ਅਤੇ ਉਹਦੇ ਪਿਤਾ ਨੇ ਉਹਦੇ ਗੁਰੂ ਨੇ ਰੋਜ਼ ਤਾਕੀਦ ਕਰਨੀ, ਅਜਾਮਲ ਨਗਰ ਦੇ ਵਿੱਚੋਂ ਨਾ ਗੁਜ਼ਰੀ। ਫਿਰ ਨਗਰ ਦੇ ਵਿੱਚੋਂ ਗੁਜ਼ਰਨ ਦੇ ਨਾਲ ਰੋਜ਼ ਕਰਦਾ ਰਿਹਾ। ਇੱਕ ਦਿਨ ਅਜਾਮਲ ਹੌਲੀ ਹੌਲੀ ਵੱਡਾ ਹੋ ਰਿਹਾ ਸੀ, ਉਹ ਕਹਿਣ ਲੱਗਾ, ਪਤਾ ਨਹੀਂ ਮੇਰੇ ਗੁਰੂ ਨੂੰ ਕੀ ਲੱਗਦਾ, ਮੈਨੂੰ ਰੋਜ਼ ਨਗਰ ਦੇ ਵਿੱਚ ਦੀ ਜਾਣ ਦੀ ਰੋਕਦਾ, ਅੱਜ ਜਾ ਕੇ ਦੇਖ ਲੈਂਦੇ। ਇਸ ਕਰਕੇ ਜਿਸ ਦਿਨ ਪਹਿਲੇ ਦਿਨ ਗਿਆ, ਵਾਪਸ ਆਇਆ ਤਾਂ ਜਦੋਂ ਉਹਦਾ ਗੁਰੂ ਨੂੰ ਵਿੱਦਿਆ ਪੜ੍ਹਾ ਰਿਹਾ ਸੀ ਤਾਂ ਉਹਦੀ ਇਕਾਗਰਤਾ ਨਹੀਂ ਸੀ ਬਣ ਰਹੀ। ਉਹਦੇ ਗੁਰੂ ਨੇ ਜਾਣ ਲਿਆ ਕਿ ਇਹਨੇ ਮੇਰੀ ਆਗਿਆ ਦਾ ਉਲੰਘਣ ਕੀਤਾ। ਆਗਿਆ ਦਾ ਉਲੰਘਣ ਕਰ ਕਹਿਣ ਲੱਗਾ, ਅਜਾਮਲ ਕੱਲ੍ਹ ਜਦੋਂ ਨਗਰ ਗਿਆ ਸਾਂ ਆਪਣੇ ਨਾ ਘਰ ਵਾਪਸ, ਕਿਸ ਰਾਹ ਥਾਣੀ ਗਿਆ ਸਾਂ? ਕਹਿਣ ਲੱਗਾ, ਜੇ ਨਗਰ ਦੇ ਬਾਹਰ। ਕਹਿਣ ਲੱਗਾ, ਨਹੀਂ, ਤੇਰੀ ਜਿਹੜੀ ਬੈਠਣ ਦੀ ਮੁਦਰਾ ਹੈ, ਤੇਰੀ ਜਿਹੜੀ ਇਕਾਗਰ ਹੋਣ ਦੀ ਸਾਧਨ ਹੈ, ਉਹ ਦੱਸ ਰਹੀ ਹੈ ਕਿ ਤੂੰ ਮੇਰੀ ਆਗਿਆ ਦਾ ਉਲੰਘਣ ਕੀਤਾ। ਕਹਿਣ ਲੱਗਾ, ਜੀ ਨਹੀਂ, ਮੈਂ ਨਗਰ ਦੇ ਬਾਹਰ ਹੀ ਗਿਆ ਸਾਂ। ਗੁਰੂ ਸਿਆਣਾ ਸੀ, ਬੁੱਝ ਗਿਆ, ਉਹਨੇ ਜਾਣ ਲਿਆ ਕਿ ਵਿਕਾਰਾਂ ਦੇ ਭਾਵਨੇ ਦੇ ਜੀਵਨ ਨੂੰ ਠੱਗ ਲਿਆ, ਅਤੇ ਵਿਕਾਰਾਂ ਦੇ ਜੀਵਨ 'ਤੇ ਪਹਿਲੇ ਪੜਾਅ ਦੇ ਲਈ ਬੰਦਾ ਝੂਠ ਦਾ ਆਸਰਾ ਲੈਂਦਾ ਹੀ ਲੈਂਦਾ। ਉਸਨੇ ਇਸ ਗੱਲ ਤੋਂ ਉਹਨੂੰ ਬਹੁਤਾ ਨਾ ਵਰਜਿਆ। ਕੁਝ ਹੌਲੀ ਹੌਲੀ ਜਦੋਂ ਪੂਰਾ ਉਹਦਾ ਜੀਵਨ ਭ੍ਰਿਸ਼ਟ ਹੋ ਗਿਆ, ਫਿਰ ਜਦੋਂ ਭ੍ਰਿਸ਼ਟ ਹੋਣ ਤੋਂ ਬਾਅਦ ਆਪਣੇ ਗੁਰੂ ਕੋਲ ਪਛਚਾਤਾਪ ਕਰਨ ਦੇ ਲਈ ਗਿਆ ਤਾਂ ਉਹਦੇ ਗੁਰੂ ਨੇ ਬੜੀ ਕਮਾਲ ਦੀ ਗੱਲ ਆਖੀ। ਕਹਿਣ ਲੱਗਾ, ਜੇ ਪਹਿਲੀ ਦਫਾ ਤੂੰ ਸੱਚ ਬੋਲਦਾ ਨਾ ਵੀ ਤੂੰ ਮੇਰੀ ਆਗਿਆ ਦਾ ਉਲੰਘਣ ਕਰਕੇ ਨਗਰ ਦੇ ਵਿੱਚੋਂ ਵਿਸਵਾਖਾਨੇ ਦੇ ਨੇੜੋਂ ਗੁਜ਼ਰਿਆ, ਜੇ ਪਹਿਲੀ ਦਫਾ ਸੱਚ ਬੋਲਦਾ ਤਾਂ ਮੈਂ ਆਪਣੇ ਗਿਆਨ ਦੇ ਤੇਜ ਨਾਲ ਭਾਵੇਂ ਖੁਦ ਉਸ ਚਿੱਕੜ ਦੇ ਵਿੱਚ ਉਤਰ ਕੇ ਤੇਰੇ ਜੀਵਨ ਦੀ ਰੱਖਿਆ ਜ਼ਰੂਰ ਕਰਦਾ, ਪਰ ਜਦ ਤੂੰ ਆਪਣੇ ਜੀਵਨ ਦੇ ਪ੍ਰਤੀ ਆਪ ਹੀ ਇਮਾਨਦਾਰ ਨਹੀਂ ਰਿਹਾ ਤਾਂ ਮੇਰਾ ਜਿਹੜਾ ਪ੍ਰਭਾਵ ਹੈ ਜਾਂ ਮੇਰੀ ਸਮਰੱਥਾ ਫਿਰ ਕੀ ਕਰੇਗੀ। ਇਸ ਕਰਕੇ ਕਬੀਰ ਵਿਕਾਰਹਿ ਚਿਤਵਤੇ। ਹੁਣ ਇੱਕ ਸਮੱਸਿਆ ਇਹ ਮੈਂ ਅੱਗੇ ਵੀ ਕਈ ਦਫਾ ਅਰਜ਼ ਕੀਤੀ ਹੈ ਕਿ ਜਿਵੇਂ ਕਥਾ ਦਾ ਮਾਡਰਨ ਕੰਟੈਕਸਟ ਹੈ, ਅਸੀਂ ਉਹਦੀ ਚਰਚਾ ਇੱਥੇ ਕਰ ਹੀ ਨਹੀਂ ਸਕਦੇ, ਜੋ ਮਰਜ਼ੀ ਕਰ ਲਈ।
ਉਹ ਇੰਨੀ ਸ਼ਾਰਪ ਹੈ, ਇੰਨੀ ਟੈਰੀਬਲ ਹੈ, ਭਿਅੰਕਰ ਕਿਸਮ ਦੀ ਹੈ ਕਿ ਜੇ ਉਹਦੇ ਮੈਂ ਤੁਹਾਡੇ ਸਾਹਮਣੇ ਨਿਰਣੇ ਕੱਢ ਕੇ ਰੱਖਾਂ ਤਾਂ ਹੈਰਾਨ ਰਹਿ ਜਾਓਗੇ ਕਿ ਗੁਰਬਾਣੀ ਦੀ ਵਿਆਖਿਆ ਇਹਨਾਂ ਪੱਖਾਂ ਨੂੰ ਵੀ ਸੰਬੋਧਿਤ ਹੁੰਦੀ ਹੈ। ਅੱਜ ਕਦੇ ਦੇਖਣਾ ਬਾਜ਼ਾਰ ਦੇ ਵਿੱਚ ਗੁਜ਼ਰੋ, ਬਾਜ਼ਾਰ ਦੇ ਵਰਤਮਾਨ ਸਮੇਂ ਨੂੰ ਜਿਹੜਾ ਦੇਖੋ, ਚੀਜ਼ ਦੀ ਨੁਮਾਇਸ਼ ਨੂੰ ਕਿਹੜੇ ਤਰੀਕਿਆਂ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਕੋਈ ਵਸਤ ਹੈ ਕਿਸੇ ਤਰ੍ਹਾਂ ਦੀ ਵੀ, ਉਹਨੂੰ ਕਿਹੜੇ ਤਰੀਕਿਆਂ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ, ਉਹਨੂੰ ਨੀਡ ਦੇ ਨੁਕਤੇ ਨੂੰ ਤੋਂ ਨਹੀਂ ਵੀ ਬੰਦੇ ਦੀ ਆ ਲੋੜ, ਉਹਦੀ ਨੀਡ ਹੈ, ਉਸ ਨੁਕਤੇ ਤੋਂ ਪੂਰਾ ਕਰੀਏ। ਬਾਜ਼ਾਰ ਉਹਨੂੰ ਵਾਸ਼ਨਾ ਦੇ ਨੁਕਤੇ ਤੋਂ ਪਹਿਲਾਂ ਉਹਦਾ ਚਿੱਤਰ ਘੜਦਾ ਹੈ, ਫਿਰ ਉਹਦੀ ਇੱਕ ਖਾਸ ਕਿਸਮ ਦੀ ਅਟਰੈਕਸ਼ਨ ਬਣਾਉਂਦਾ ਹੈ ਉਹਦੇ ਵਿੱਚ ਰੰਗ ਭਰ ਕੇ ਜਾਂ ਕਈ ਕੁਝ ਕਰਕੇ, ਤਾਂ ਕਿ ਮਨੁੱਖੀ ਮਨ ਪਹਿਲਾਂ ਇਸ ਦ੍ਰਿਸ਼ ਦੀ ਵਲਗਣ ਵਿੱਚ ਆਵੇ ਅਤੇ ਉਹਦੇ ਅੰਦਰ ਦਾ ਜਿਹੜਾ ਥੋੜ੍ਹਾ ਬਹੁਤਾ ਕੋਈ ਵਕਾਰੀ ਜੀਵਨ ਜਿਹੜਾ ਅਜੇ ਨਹੀਂ ਪੈਦਾ ਹੋਇਆ, ਉਹਨੂੰ ਕਿਸੇ ਖਾਸ ਕਿਸਮ ਦੀ ਹਵਾ ਮਿਲੇ ਅਤੇ ਉਹ ਵਕਾਰ ਵਿੱਚ ਲਿਪਤ ਹੋਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿਤਵਤੇ ਭਰਮਾਰਤਾ ਹੈ ਸਾਰੇ ਪਾਸੇ, ਤਾਂ ਆਖਦੇ ਹਨ ਅੱਗੇ ਕਰਦੇ ਇਸ ਕਰਕੇ ਕਹਿੰਦੇ ਬਕਾਰ ਇਹ ਚਿਤਵਤੇ। ਬਾਣੀ 'ਚ ਸਾਡੀ ਹਾਲਤ ਬੜੀ ਨਾਜ਼ੁਕ ਦੱਸੀ ਹੋਈ ਹੈ। ਬਾਣੀ 'ਚ ਇੱਕ ਜਗ੍ਹਾ ਵਾਕ ਆਉਂਦਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਕਹਿੰਦੇ ਹਾਥੀ ਦੇ ਅੰਦਰ ਕਾਮ ਵਾਸਨਾ ਦਾ ਰੋਗ ਹੁੰਦਾ ਹੈ, ਪਕੜਿਆ ਜਾਂਦਾ ਇੱਕ ਵਾਰੀ, ਸਾਰੀ ਜ਼ਿੰਦਗੀ ਕੁੰਡੇ ਦੀ ਮਾਰ ਸਹਿੰਦਾ। ਬਾਂਦਰ ਦੇ ਅੰਦਰ ਉਹ ਫੁੱਲੀਆਂ ਦਾਣਿਆਂ ਆਦਿਕ ਨੂੰ ਖਾਣ ਦਾ ਲੋਭ ਹੁੰਦਾ ਹੈ, ਉਹਦੇ ਵਿੱਚ ਉਹਦਾ ਹੱਥ 'ਚ ਸ਼ਿਕੰਜੇ 'ਚ ਹੱਥ ਪਕੜਿਆ ਜਾਂਦਾ ਹੈ, ਸਾਰੀ ਜ਼ਿੰਦਗੀ ਮਦਾਰੀ ਦੇ ਮੁੜ ਕੇ ਡੰਡੇ ਖਾਂਦਾ। ਇਸ ਤਰ੍ਹਾਂ ਕਹਿੰਦੇ ਹਿਰਨ ਦੇ ਅੰਦਰ ਘੰਡੇ ਹੇੜੇ ਦੇ ਨਾਦ ਦਾ ਹੁੰਦਾ ਹੈ, ਇਸੇ ਤਰ੍ਹਾਂ ਭ੍ਰਿੰਗ ਪਤੰਗੇ ਦੇ ਅੰਦਰ ਰੂਪ ਦਾ ਹੁੰਦਾ ਹੈ। ਇਹਨਾਂ ਸਾਰਿਆਂ 'ਚ ਕਹਿੰਦੇ ਇੱਕ ਇੱਕ ਦੋਸ਼ ਹੈ। ਭੌਰੇ ਦੇ ਅੰਦਰ ਸੁਗੰਧੀ ਦਾ ਹੁੰਦਾ, ਉਹ ਤਾਂ ਮਾਰਿਆ ਜਾਂਦਾ। ਕਹਿੰਦੇ ਇੱਕ ਇੱਕ ਦੋਸ਼ ਹੈ ਅਤੇ ਇਹਨਾਂ ਵਿਚਾਰਿਆਂ ਦੀ ਜ਼ਿੰਦਗੀ ਸਾਰੀ ਜ਼ਿੰਦਗੀ ਗੁਲਾਮੀ ਵਿੱਚ ਜਾਂ ਬਹੁਤ ਮਾੜੀ ਹਾਲਤ 'ਚ ਗੁਜ਼ਰਦੀ ਹੈ। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਜਿਹਦੇ ਅੰਦਰ ਪੰਜੇ ਵਿਦਮਾਨ ਹੋਣ ਉਹਦੀ ਸੰਭਾਵਨਾ ਕਿੱਥੇ ਹੋ ਜਾਏਗੀ, ਕਿਸ ਜਗ੍ਹਾ ਉਹਦੀ ਸੰਭਾਲ ਹੋ ਸਕੇਗੀ। ਇਸ ਕਰਕੇ ਤਾਂ ਕਰਕੇ ਕਿਸੇ ਜਗ੍ਹਾ ਇਸ ਗੱਲ ਦਾ ਨਿਰਣਾ ਹੋਇਆ ਕਿ ਜਿਹੜਾ ਜੀ ਤੰਦਰੁਸਤ ਸਮਾਜ ਕਿਵੇਂ ਸਿਰਜਿਆ ਜਾ ਸਕੇ। ਕੋਈ ਕਹਿ ਰਿਹਾ ਸੀ ਜੀ ਵਾਤਾਵਰਨ ਬੜਾ ਸਵੱਛ ਹੋਣਾ ਚਾਹੀਦਾ, ਮੈਡੀਕਲ ਸਹੂਲਤਾਂ ਬੜੀਆਂ ਚੰਗੀਆਂ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਜਿਹੜੀ ਫ੍ਰੀ ਹੋਣੀ ਚਾਹੀਦੀ ਹੈ, ਜਿਹੜਾ ਸ਼ਾਸਨ ਪ੍ਰਬੰਧ ਕਰਨ ਵਾਲੇ ਨੇ ਉਹ ਬੜੇ ਇਮਾਨਦਾਰ ਹੋਣੇ ਚਾਹੀਦੇ ਨੇ। ਸਾਰੇ ਬੋਲਦੇ ਰਹੇ ਇਸ ਗੱਲ 'ਤੇ। ਕੋਈ ਇੱਕ ਭਲਾ ਪੁਰਖ ਉਹਦੇ ਵਿੱਚ ਬੈਠਾ ਸੀ, ਉਹ ਨਹੀਂ ਸੀ ਬੋਲ ਰਿਹਾ। ਕਹਿਣ ਲੱਗੇ ਕਿ ਤੁਸੀਂ ਕਿਉਂ ਨਹੀਂ ਬੋਲਦੇ, ਤੁਸੀਂ ਵੀ ਦੱਸੋ ਕਿ ਤੰਦਰੁਸਤ ਸਮਾਜ ਨੂੰ ਸਿਰਜਣ ਦੇ ਲਈ ਕੀ ਕਰੀਏ। ਕਹਿੰਦਾ ਤੰਦਰੁਸਤ ਸਮਾਜ ਨੂੰ ਸਿਰਜਣ ਦੇ ਲਈ ਪਹਿਲਾਂ ਬੰਦੇ ਦੇ ਮਨ ਉੱਪਰ ਕੰਮ ਕਰਨਾ ਪਏਗਾ। ਅੱਜ ਮੈਨੂੰ ਕਈ ਦਫਾ ਕਈ ਇੱਥੇ ਤਾਂ ਨਹੀਂ, ਪਹਿਲਾਂ ਬਹੁਤ ਪੁੱਛਦੇ ਸਨ ਕਿ ਸਾਡੇ ਬੱਚੇ ਦੀ ਇਕਾਗਰਤਾ ਨਹੀਂ ਬਣਦੀ ਪੜ੍ਹਾਈ ਦੇ ਵਿੱਚ ਜਾਂ ਕਿਸੇ ਚੰਗੇ ਕੰਮ ਦੇ ਵਿੱਚ, ਉਹ ਬਹੁਤਾ ਸਮਾਂ ਵਿਖਾਟ ਜਿਹਾ ਰਹਿੰਦਾ ਜਾਂ ਉਹਦੇ ਤੋਂ ਕਾਹਲਾ ਪੈ ਜਾਂਦਾ ਥੋੜ੍ਹੇ ਸਮੇਂ ਬਾਅਦ ਹੀ। ਫਿਰ ਉਹ ਤੋਂ ਇੱਕ ਸਮੱਸਿਆ ਸਮਝ ਆਉਂਦੀ ਸੀ ਕਿ ਬੱਚੇ ਦੀ ਜਿਸ ਯਾਦਾਸ਼ਤ ਨੇ ਗਿਆਨ ਜਾਂ ਕਿਸੇ ਕ੍ਰੀਏਟਿਵ ਚੀਜ਼ ਦੀ ਕਮਾਈ ਕਰਨੀ ਹੈ, ਉਸ ਚੀਜ਼ ਨੂੰ ਤਾਂ ਉਹਦੇ ਵਕਾਰ ਦੀ ਪਾਹ ਲੱਗ ਚੁੱਕੀ ਹੈ। ਹੁਣ ਐਨਰਜੀ ਤਾਂ ਇੱਕ ਕਿਸਮ ਤਰਫ ਹੀ ਲੱਗ ਸਕਦੀ ਹੈ, ਜਾਂ ਨੈਗੇਟਿਵ ਨੁਕਤੇ ਤੋਂ ਲਗਾ ਲਈ ਜਾਵੇ ਜਾਂ ਪੋਜ਼ੀਟਿਵ ਨੁਕਤੇ ਤੋਂ। ਇਸ ਗੱਲ ਦੀ ਚਿੰਤਾ ਕੀਤੀ ਜਾ ਰਹੀ ਕਿ ਬੱਚੇ ਦੀ ਇਕਾਗਰਤਾ ਨਹੀਂ ਬਣ ਰਹੀ। ਇਸ ਕਰਕੇ ਪੰਜਾਬ 'ਚ ਵਰਤਮਾਨ ਸਮੇਂ 'ਚ ਕਿਸੇ ਵੀ ਨੁਕਤੇ ਤੋਂ ਕੋਈ ਜੀਨੀਅਸ ਨਹੀਂ ਪੈਦਾ ਹੋ ਰਿਹਾ। ਪਿਛਲੇ 60-70 ਸਾਲਾਂ ਦਾ ਕ੍ਰਾਈਸਿਸ ਹੈ ਪੰਜਾਬ ਦਾ, ਕੋਈ ਜੀਨੀਅਸ ਨਹੀਂ ਪੈਦਾ ਹੋ ਰਿਹਾ, ਕਿਸੇ ਨੁਕਤੇ ਤੋਂ ਨਹੀਂ ਪੈਦਾ ਹੋ ਰਿਹਾ। ਸੰਗੀਤ, ਪੇਂਟਿੰਗ, ਵਿੱਦਿਆ, ਕੁਝ ਵੀ ਨਹੀਂ ਪੈਦਾ ਹੋ ਰਿਹਾ ਕਿਉਂਕਿ ਵਕਾਰੀ ਜੀਵਨ ਦੀ ਭਰਮਾਰ ਵੱਧਦੀ ਜਾ ਰਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਕਾਰ ਇਹ ਚਿਤਵਤੇ। ਵਰਤਮਾਨ ਸਮੇਂ 'ਚ ਬਕਾਰੀ ਜੀਵਨ ਦੀ ਸਭ ਤੋਂ ਵੱਡੀ ਉਦਾਹਰਣ, ਸੌਖੀ ਜਿਹੀ ਉਦਾਹਰਣ ਆਪਦੇ ਸਨਮੁਖ ਰੱਖਦਿਆਂ ਜੇ ਕਦੇ ਨਿਰਣਾ ਕਰਨਾ ਹੋਵੇ, ਵਰਤਮਾਨ ਸਮੇਂ 'ਚ ਬੰਦੇ ਦੇ ਦੋ ਦਿਲ ਹੋ ਗਏ ਨੇ। ਦੋ ਦਿਲਾਂ ਦੇ ਆਧਾਰ 'ਤੇ ਜਿਉਂਦਾ ਹੈ। ਦੋ ਦਿਲ, ਇੱਕ ਬਾਡੀ ਦੇ ਵਿੱਚ ਚੱਲਦਾ ਜਿਹਦੇ ਕਰਕੇ ਸਾਹ ਚੱਲਦੇ ਨੇ। ਵਰਤਮਾਨ ਸਮੇਂ 'ਚ ਦੂਜਾ ਉਹਦਾ ਮੋਬਾਈਲ ਹੋ ਗਿਆ। ਕਿਤੇ ਕੁਝ ਸੈਕਿੰਡ ਪਰਾਂ ਮੋਬਾਈਲ ਕਿਤੇ ਭੁਲੇਖੇ ਨਾਲ ਭੁੱਲ ਜਾਵੇ ਤਾਂ ਜੀਵਨ ਮੁਹਾਲ ਹੋ ਜਾਂਦਾ। ਅਤੇ ਮੋਬਾਈਲ ਦੀ ਜਿਹੜੀ ਉਹਦੇ ਸਾਰੇ ਸਟਰਕਚਰ ਬਣਿਆ ਹੋਇਆ ਬੱਚੇ ਦਾ, ਕਈ ਵਾਰੀ ਸਟੱਡੀ ਕਰੀਦਾ ਇਹਨਾਂ ਚੀਜ਼ਾਂ ਨੂੰ, ਬੜੀ ਹੈਰਾਨਗੀ ਹੁੰਦੀ ਹੈ ਕਿ ਇਹਦਾ ਜੀਵਨ ਕਿੱਥੇ ਜਾਏਗਾ।
ਮੈਂ ਜਿਹੜਾ ਪਹਿਲਾਂ ਨੁਕਤਾ ਅਰਜ਼ ਕੀਤਾ, ਕਦੇ ਉਹਦਾ ਜ਼ਿਕਰ ਕੱਢ ਕੇ ਨੈੱਟ ਤੋਂ ਦੇਖ ਲੈਣਾ ਵੀ ਕੀ ਬਣਿਆ ਹੋਇਆ ਸਾਡੇ ਸਮਾਜ ਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿਤਵਤੇ, ਅੱਗੇ ਆਖਦੇ ਨੇ ਝੂਠੇ ਕਰਤੇ ਆਸ। ਔਰ ਦੂਜੀ ਗੱਲ ਫਿਰ ਪਦਾਰਥਾਂ ਦੇ ਮੋਹ ਵਿੱਚ ਪੈ ਕੇ ਇੱਕ ਖਾਸ ਕਿਸਮ ਦੀਆਂ ਝੂਠੀਆਂ ਆਸਾਵਾਂ ਕਰਦੇ ਹਨ। ਪਹਿਲਾਂ ਜੀਵਨ ਦੀ ਕੋਈ ਖਾਸ ਕਮਾਈ ਨਹੀਂ ਹੈ, ਵਕਾਰਾਂ ਦੇ ਅਧੀਨ ਹਨ, ਫਿਰ ਝੂਠੇ ਕਰਤੇ ਆਸ, ਫਿਰ ਜਗਤ ਦੇ ਪਦਾਰਥਾਂ ਦੇ ਮੋਹ ਵਿੱਚ ਪਏ ਹੋਏ ਹਨ, ਲੋਭ ਕਰਕੇ ਦਿਨ ਬਾ ਦਿਨ ਉਹਦੀ ਆਸ ਕਰਦੇ ਹਨ ਕਿ ਇਹ ਵੀ ਪ੍ਰਾਪਤ ਹੋ ਜਾਵੇ, ਇਹ ਵੀ ਪ੍ਰਾਪਤ ਹੋ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੋਰਥ ਕੋਏ ਨਾ ਪੂਰੇ, ਉਹ ਚਾਲੇ ਊਠ ਨਿਰਾਸ। ਜੀਵਨ ਦਾ ਕੋਈ ਮਨੋਰਥ ਪੂਰਾ ਨਹੀਂ ਕਰਦੇ ਅਤੇ ਇਸੇ ਤਰ੍ਹਾਂ ਦੁਨੀਆ ਤੋਂ ਨਿਰਾਸ਼ਾ। ਅੱਗੇ ਉਹਨਾਂ ਨੇ ਨਿਰਣਾ ਵੀ ਕਰ ਦਿੱਤਾ ਕਿ ਚਾਲੇ ਊਠ ਨਿਰਾਸ। ਇਸ ਕਰਕੇ ਇੱਕ ਗੱਲ ਸਮਝਣ ਵਾਲੀ ਹੈ ਕਿ ਵਕਾਰਾਂ ਦੇ ਸੁੱਖ ਜਿਹੜੇ ਹਨ ਜੋਬਨ ਅਵਸਥਾ ਵਿੱਚ ਜ਼ਿਆਦਾ ਭਾਉਂਦੇ ਨੇ ਬੰਦੇ ਨੂੰ, ਅਤੇ ਜ਼ਿਆਦਾ ਪੂਰਤੀ ਕਰਨ ਦੀ ਬੰਦਾ ਮਨਸ਼ਾ ਰੱਖਦਾ। ਇਸ ਕਰਕੇ ਭਰਤਰੀ ਹਰੀ ਨੇ ਆਪਣੇ ਵੈਰਾਗ ਸ਼ਤਕ ਦੇ ਵਿੱਚ ਕਿਹਾ ਹੈ ਕਿ ਭਗਤ ਉਹ ਹੈ ਜਿਹੜਾ ਕੰਡੇ ਦੇ ਉੱਪਰ ਟਿਕਿਆ ਹੋਇਆ। ਕੰਡੇ ਦੇ ਉੱਪਰ ਟਿਕੇ ਹੋਣ ਦਾ ਮਤਲਬ ਤੱਕੜੀ ਦੇ ਦੋ ਪਲੜੇ ਹੁੰਦੇ ਨੇ, ਦੋ ਪਲੜੇ ਹੇਠਾਂ ਤਾਂ ਉਠਾਂ ਹੁੰਦੇ ਰਹਿੰਦੇ ਨੇ। ਉਹਨਾਂ ਨੂੰ ਜਦੋਂ ਬਰਾਬਰ ਹੋਣ ਦੀ ਗਵਾਹੀ ਕੌਣ ਦਿੰਦਾ ਜਾਂ ਉਸ ਗੱਲ ਨੂੰ ਕੌਣ ਪ੍ਰਗਟ ਕਰਦਾ? ਜਿਹੜਾ ਉਹਦੇ ਮੱਧ ਵਿੱਚ ਕੰਡਾ ਲੱਗਾ ਹੁੰਦਾ, ਇੱਕ ਸੂਈ ਜੀ ਲੱਗੀ ਹੁੰਦੀ। ਕਹਿੰਦੇ ਇਸੇ ਤਰ੍ਹਾਂ ਜਿਹੜੀ ਜਵਾਨੀ ਹੈ, ਜੇ ਤੇਰੇ ਕੋਲ ਅੱਜ ਬੁਢਾਪੇ ਦਾ ਪਛਤਾਵਾ ਹੈ ਆਪਣੇ ਕਰਮਾਂ ਕਰਕੇ, ਤਾਂ ਯਕੀਨਨ ਜਾਣ ਲੈਣਾ ਜਵਾਨੀ ਦਾ ਪਲੜਾ ਵਕਾਰਾਂ ਦੇ ਨਾਲ ਭਾਰੀ ਰਿਹਾ ਹੋਏਗਾ। ਜੇ ਅੱਜ ਬੁਢਾਪੇ ਦੇ ਵਿੱਚ ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਆਪਣੀ ਸਿਮਰਤੀ ਨੂੰ ਵਾਚ ਕੇ ਬੜਾ ਸਕੂਨ ਹੈ ਅਤੇ ਆਪਣੇ ਆਪ ਨੂੰ ਪਵਿੱਤਰ ਅਨੁਭਵ ਕਰਦਾ ਹੈ, ਤਾਂ ਜਾਣ ਲੈਣਾ ਕਿ ਤੇਰਾ ਜਵਾਨੀ ਦਾ ਪਲੜਾ ਜਿਹੜਾ ਭਗਤੀ ਜਾਂ ਚੰਗੇ ਕਰਮਾਂ ਦੇ ਨਾਲ ਸੰਤੁਲਿਤ ਰਿਹਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਲੇ ਊਠ ਨਿਰਾਸ। ਸੰਚਨ ਕਰਦੇ ਰਹੇ ਕਿ ਇਹਦੀ ਪੂਰਤੀ ਹੋ ਜਾਵੇ। ਸੰਚਨ ਕਰਦਿਆਂ ਕਰਦਿਆਂ ਜੀਵਨ 'ਚ ਇੰਨੀ ਮੈਲ ਹੋ ਗਈ ਕਿ ਅੰਤਿਮ ਸਮਾਂ ਪਛੇਮਾਨ ਹੋ ਗਿਆ। ਇਸ ਕਰਕੇ ਇਹ ਜਿਹੜਾ ਨਸ਼ਾ ਹੈ ਉਹਦਾ ਆਧਾਰ ਵੀ ਵਕਾਰ ਹੈ। ਜਦੋਂ ਬੰਦੇ ਦੀ ਇੱਕ ਦਫਾ ਵਕਾਰੀ ਪੂਰਤੀ ਹੋ ਜਾਂਦੀ ਹੈ, ਦੂਜੀ ਦਫਾ ਨਹੀਂ ਹੁੰਦੀ, ਤਾਂ ਉਹ ਫਿਰ ਆਪਣੇ ਸਰੀਰ ਦੀ ਉਸ ਨੈਗੇਟਿਵ ਐਨਰਜੀ ਨੂੰ ਪੂਰਾ ਕਰਨ ਦੇ ਲਈ ਕਿਸੇ ਨੈਗੇਟਿਵ ਚੀਜ਼ ਦਾ ਸਹਾਰਾ ਲੈਂਦਾ, ਤਾਂ ਉਹਦੇ ਵਿੱਚ ਨਸ਼ਾ ਹੁੰਦਾ। ਮੈਂ ਆਪਣੇ ਜੀਵਨ ਦੇ ਵਿੱਚ ਹੁਸ਼ਿਆਰਪੁਰ ਵਿਖੇ ਇੱਕ ਦਿਨ ਪੂਰਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਹਿ ਕੇ ਇਸ ਗੱਲ ਦਾ ਅਧਿਐਨ ਕੀਤਾ। ਨਸ਼ਾਗ੍ਰਸਤ ਲੋਕਾਂ ਦੇ ਨੇੜੇ ਰਹਿ ਕੇ ਕਿ ਉਹਨਾਂ ਦੇ ਜੀਵਨ ਦੀ ਪ੍ਰਮੁੱਖ ਸਮੱਸਿਆ ਸਿਰਫ 3-4 ਦੀ ਇਹ ਸਮੱਸਿਆ ਸੀ ਕਿ ਉਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਜਾਂ ਸਮਾਜ ਦੇ ਵਿੱਚ ਇੱਜ਼ਤ ਨਹੀਂ ਮਿਲ ਰਹੀ। ਬਾਕੀਆਂ ਦਾ ਸਾਰਿਆਂ ਦਾ ਕਾਰਨ ਜਿਹੜਾ ਸੀ ਉਹ ਵਕਾਰੀ ਜੀਵਨ ਸੀ। ਪਰ ਜਿੰਨਾ ਵਰਤਮਾਨ ਸਮੇਂ ਦੇ ਵਿੱਚ ਸਮਾਜ ਸੁਧਾਰਕ ਲੱਗੇ ਨੇ, ਕਿਸੇ ਦਾ ਇਸ ਗੱਲ 'ਤੇ ਜ਼ੋਰ ਨਹੀਂ ਹੈ। ਮੈਂ ਨਹਿਰੂ ਯੁਵਾ ਕੇਂਦਰ ਦੇ ਵਿੱਚ ਕਈ ਸਮਾਂ ਕੰਮ ਕੀਤਾ। ਆਪਣੇ ਆਪ ਨੂੰ ਬਹੁਤ ਪ੍ਰਵੀਨ ਬੁੱਧ ਅਖਵਾਉਣ ਵਾਲਿਆਂ ਨੂੰ ਰੁਪਈਏ ਦਾ ਇਲਮ ਨਹੀਂ ਕਿ ਸਮਾਜ ਨੂੰ ਤੰਦਰੁਸਤ ਕਿਵੇਂ ਬਣਾਇਆ ਜਾ ਸਕਦਾ, ਪਰ ਗੌਰਮੈਂਟ ਕੋਲੋਂ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਹੈ ਇਸ ਧੰਦੇ ਦੇ ਵਿੱਚ ਲਈ ਜਾ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੋਰਥ ਕੋਏ ਨਾ ਪੂਰੇ ਹੋ। ਹੁਣ ਗੱਲ ਕੀ ਹੈ ਕਿ ਵਰਤਮਾਨ ਸਮੇਂ ਦੇ ਵਿੱਚ ਕੂੜ ਦਾ ਵੈਣ ਵੱਧਦਾ ਜਾ ਰਿਹਾ ਹੈ। ਕਿਸੇ ਵੀ ਨੁਕਤੇ ਤੋਂ ਉਹਨੂੰ ਰੋਕਣ ਦੇ ਲਈ ਜਿਹੜਾ ਸੱਚਾ ਜੀਵਨ ਪੈਦਾ ਹੋਣਾ ਹੈ, ਉਹ ਪੈਦਾ ਹੋਣਾ ਹੈ ਮਨੁੱਖ ਦੇ ਆਚਰਣ ਦੀ ਕਮਾਈ 'ਚੋਂ, ਭਗਤੀ ਦੇ ਵਿੱਚੋਂ, ਸੇਵਾ ਦੇ ਵਿੱਚੋਂ, ਜਾਂ ਜਿਹੜਾ ਉਹਨੇ ਇਨਸਾਨੀਅਤ ਨੁਕਤੇ ਤੋਂ ਆਪਣੇ ਸਮਾਜ ਨੂੰ ਸਮਰਪਿਤ ਹੋਣਾ ਹੈ ਉਹਦੇ ਤੋਂ। ਪਰ ਜੇ ਉਹਦੇ ਜੀਵਨ ਦੀ ਸਾਰੀ ਐਨਰਜੀ ਵਕਾਰਾਂ ਦੀ ਜਾਂ ਝੂਠੀਆਂ ਆਸਾਵਾਂ ਨੇ ਠੱਗੀ ਹੋਈ ਹੈ ਜਾਂ ਆਪਣੇ ਅਧੀਨ ਕੀਤੀ ਹੋਈ ਹੈ, ਉਹ ਆਪਣੇ ਆਲੇ ਦੁਆਲੇ ਦਾ ਜਿਹੜਾ ਉੱਚ ਨਿਰਮਾਣ ਹੈ ਕਿਵੇਂ ਕਰ ਸਕੇ? ਕਿਉਂਕਿ ਉਹ ਤਾਂ ਆਪ ਹੀ ਨਿਮਨਤਾ ਦੇ ਵਿੱਚ ਭਰਮ ਰਿਹਾ ਹੈ। ਇਸ ਕਰਕੇ ਦੇਖੋ ਵਰਤਮਾਨ ਸਮੇਂ 'ਚ ਕੋਈ ਜਿਹੜਾ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ ਪੁੱਗਣ ਵਾਲਾ ਬੰਦਾ ਲੱਭ ਹੀ ਨਹੀਂ ਰਿਹਾ। ਕਿਉਂ ਨਹੀਂ ਲੱਭ ਰਿਹਾ? ਇਹਦਾ ਕਾਰਨ ਹੈ ਭਗਤ ਪੂਰਨ ਸਿੰਘ ਜੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਸੇਵਾ ਦੀ ਪਾਹ ਲੱਗ ਗਈ ਸੀ ਅਤੇ ਸਾਰੀ ਜ਼ਿੰਦਗੀ ਸੇਵਾ ਦੇ ਆਦਰਸ਼ ਵਿੱਚ ਬੀਤ ਗਈ। ਸੇਵਾ ਦੇ ਆਦਰਸ਼ ਕਰਨ ਨੂੰ ਜਿਹੜੀ ਉਹਨਾਂ ਨੂੰ ਉੱਚ ਕਿਸਮ ਦੀ ਊਰਜਾ ਚਾਹੀਦੀ ਸੀ, ਇਹਦਾ ਮਤਲਬ ਉਹਨਾਂ ਦਾ ਆਧਾਰ ਉਹਨਾਂ ਦੀ ਬੰਦਗੀ ਸੀ। ਅਤੇ ਜੇ ਅੱਜ ਬੰਦਗੀ ਨਹੀਂ ਹੈ, ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੋਰਥ ਕੋਏ ਨਾ ਪੂਰਿਓ। ਆਪਣਾ ਮਨੋਰਥ ਸੀ ਕਿ ਮਨ ਦੀ ਵਾਸਨਾ ਨੂੰ ਭਰਦਿਆਂ ਜੀਵਨ ਇੰਨਾ ਕੱਚਾ ਰਹਿ ਗਿਆ, ਖਿਆਲ ਹੀ ਨਹੀਂ ਆਇਆ। ਇੱਕ ਦ੍ਰਿਸ਼ ਆਪਦੇ ਸਨਮੁਖ ਰੱਖਦਿਆਂ ਧਿਆਨ ਦੇ ਨਾਲ ਸ਼ਰਵਣ ਕਰਨਾ ਜੀਵਨ ਦੇ ਵਿੱਚ, ਕਿਉਂਕਿ ਜਿਨ੍ਹਾਂ ਦਾ ਜੀਵਨ ਕੰਪਲੀਟ ਹੈ
ਉਹ ਆਪਣੇ ਜੀਵਨ ਨੂੰ ਜਵਾਨੀ ਤੋਂ ਬਾਅਦ ਕੰਪਲੀਟ ਮੰਨਦੇ ਨੇ, ਅਤੇ ਇਸ ਕਰਕੇ ਮ੍ਰਿਤੂ ਦਾ ਭੈ ਵੀ ਵਿਕਾਰੀ ਜੀਵਨ ਕਰਕੇ ਹੀ ਆਉਂਦਾ ਹੈ। ਮ੍ਰਿਤੂ ਦਾ, ਮੌਤ ਦਾ ਭੈ ਹੁਣ ਜੀਵਨ ਦੇ ਵਿੱਚ ਵਿਕਾਰੀ ਕਰਕੇ ਆਉਂਦਾ। ਇਸ ਕਰਕੇ ਵਿਕਾਰੀ ਜੀਵਨ ਦਾ ਇੱਕ ਪੱਖ ਇਹ ਹੈ ਕਿ ਵਿਕਾਰਾਂ ਦੇ ਕਰਕੇ ਜਿਹੜੀ ਜੀਵਨ 'ਚ ਗਿਰਾਵਟ ਹੈ ਉਹ ਜੋਬਨ ਅਵਸਥਾ 'ਚ ਤੰਗ ਨਹੀਂ ਕਰਦੀ, ਕਿਉਂਕਿ ਸਰੀਰ ਦਾ ਬਲ ਬਣਿਆ ਹੁੰਦਾ ਹੈ। ਬੁਢਾਪੇ ਦੇ ਵਿੱਚ ਜਾ ਕੇ ਵਿਕਾਰਾਂ ਦੀ ਪੂਰਤੀ ਨਹੀਂ ਹੁੰਦੀ, ਪਰ ਵਿਕਾਰਾਂ ਦੇ ਕੀਤੇ ਹੋਏ ਕਰਮ ਯਾਦਾਸ਼ਤ ਵਿੱਚ ਵਸੇ ਹੁੰਦੇ ਨੇ। ਫਿਰ ਉੱਥੇ ਜਾ ਕੇ ਚਿੰਤਨ ਵੀ ਪੈਦਾ ਹੋ ਜਾਂਦਾ ਹੈ। ਜਵਾਨੀ 'ਚ ਜੋਸ਼ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਵਿਕਾਰਾਂ ਦਾ ਚਿੰਤਨ ਕੀਤਾ ਜਾਵੇ ਕਿ ਕਿਸ ਵਿਕਾਰ ਦੇ ਅਧੀਨ ਹਾਂ। ਇਸ ਗੱਲ ਦਾ ਚਿੰਤਨ ਨਹੀਂ ਕੀਤਾ ਜਾਂਦਾ। ਬੁਢਾਪੇ 'ਚ ਸਰੀਰ ਦਾ ਢਲ ਚੁੱਕਿਆ ਬਲ ਇਸ ਚਿੰਤਨ 'ਤੇ ਮਜਬੂਰ ਕਰਦਾ ਹੈ ਤਾਂ ਬੰਦਾ ਪਛੇਮਾਨ ਹੁੰਦਾ। ਪਰ ਵੱਡੀ ਗੱਲ ਹੈ, ਬਹੁਤ ਆ ਕੇ ਇੱਥੇ ਆ ਕੇ ਵੀ ਮਨੁੱਖ ਦੀ ਹਾਲਤ ਨਾਜ਼ੁਕ ਹੀ ਰਹਿੰਦੀ ਹੈ। ਕਹਿੰਦੇ ਕਿਸੇ ਨਾਲੇ ਦੇ ਕੰਢੇ ਇੱਕ ਤਰਫ ਇੱਕ ਬੁੱਢਾ ਬਘਿਆੜ ਬੈਠਾ ਹੋਇਆ ਸੀ, ਦੂਜੀ ਤਰਫ ਕੁਝ ਮੇਮਣੇ ਘਾਹ ਚਰ ਰਹੇ ਸਨ। ਉਸ ਬਘਿਆੜ ਨੇ ਉਹਨਾਂ ਮੇਮਣਿਆਂ ਨੂੰ ਕਿਹਾ ਕਿ ਮੇਰੀ ਤਰਫ ਜਿਹੜਾ ਘਾਹ ਹੈ ਜ਼ਿਆਦਾ ਕੂਲਾ ਹੈ, ਜ਼ਿਆਦਾ ਸੰਘਣਾ, ਤੁਸੀਂ ਇੱਧਰ ਆ ਕੇ ਚਰਨਾ ਸ਼ੁਰੂ ਕਰ ਦਿਓ। ਉਹਨਾਂ ਮੇਮਣਿਆਂ ਨੇ ਸੋਚਿਆ ਕਿ ਹੈ, ਪਹਿਲਾਂ ਸੋਚਿਆ ਕਿ ਬਘਿਆੜ ਹੈ, ਪਰ ਬਾਅਦ ਦੇ ਵਿੱਚ ਸੋਚਿਆ ਤਾਂ ਬੁੱਢਾ ਇਹ ਸਾਡਾ ਕੀ ਸ਼ਿਕਾਰ ਕਰੇਗਾ। ਉਹਦੀ ਗੱਲ 'ਤੇ ਭਰੋਸਾ ਕਰਕੇ ਨਾਲੇ ਦੇ ਦੂਜੀ ਤਰਫ ਜਾ ਕੇ ਜਦੋਂ ਹੀ ਬਘਿਆੜ ਦੇ ਨੇੜੇ ਜਾ ਕੇ ਘਾਹ ਚਰਨ ਦਾ ਯਤਨ ਕਰਨ ਲੱਗੇ, ਨੇੜੇ ਸਨ, ਹੱਥ ਦੇ ਨੇੜੇ ਆ ਗਏ ਬਘਿਆੜ ਦੇ ਮੇਮਣੇ ਜੇ, ਝਪਟ ਮਾਰ ਕੇ ਖਾ ਗਿਆ। ਬੁਢਾਪੇ 'ਚ ਕਈ ਵਾਰੀ ਜਦੋਂ ਵਾਸਨਾ ਪੂਰਤੀ ਦੇ ਯਤਨ ਨਹੀਂ ਹੁੰਦੇ ਤੇ ਬੰਦਾ ਇੰਜ ਦੇ ਮਨਸੂਬੇ ਬਣਦਾ ਹੈ। ਮੈਂ ਦੇਖਿਆ ਬਹੁਤ ਜਗ੍ਹਾ, ਖਾਸ ਕਰਕੇ ਵਿਆਹਾਂ 'ਚ ਚੀਜ਼ ਬੜੀ, ਵਰਤਮਾਨ ਸਮੇਂ ਜਿੱਥੇ ਡੀਜੇ ਦੀ ਭਰਮਾਰ ਹੈ ਨਾ, ਉੱਥੇ ਤੁਹਾਨੂੰ ਇਹ ਦ੍ਰਿਸ਼ ਆਮ ਹੀ ਮਿਲ ਜਾਏਗਾ, ਬਸ ਦੇਖਣਾ ਹੁੰਦਾ ਹੋਵੇ ਚੱਜ ਨਾਲ। ਇਸ ਕਰਕੇ ਇੱਥੇ ਵੀ ਜਾ ਕੇ ਬੰਦੇ ਦੀ ਹਾਲਤ ਨਾਜ਼ੁਕ ਰਹਿੰਦੀ ਹੈ। ਪਰ ਗੱਲ ਕੀ ਹੈ ਕਿ ਮਨੁੱਖ ਆਪਣੀ, ਮੈਨੂੰ ਕਿਸੇ ਸਮੇਂ ਸਾਡੇ ਨਿਕਟਵਰਤੀ ਸੱਜਣ ਨੇ, ਚੰਗੇ ਵੱਡੇ ਡਾਕਟਰ ਨੇ, ਉਹਨਾਂ ਦੇ ਮੁਤਾਬਕ ਜਿਉਂ ਤੋਂ ਉਹਨਾਂ ਨੇ ਮੈਡੀਕਲ ਵਿੱਦਿਆ ਲਈ, ਅੱਜ ਉਹਨਾਂ ਦੀ ਉਮਰ ਕੋਈ 72-75 ਸਾਲ ਦੇ ਸਾਹ, ਕਹਿੰਦੇ ਮੈਨੂੰ ਇੱਕ ਦਫਾ ਬੁਖਾਰ ਨਹੀਂ ਚੜ੍ਹਿਆ ਜ਼ਿੰਦਗੀ 'ਚ, ਮੈਨੂੰ 72 ਸਾਲਾਂ ਦੇ ਵਿੱਚ ਕਹਿੰਦੇ ਇੱਕ ਦਫਾ ਬੁਖਾਰ ਨਹੀਂ ਚੜ੍ਹਿਆ। ਮੈਂ ਕਿਹਾ ਜੀ ਚੰਗੀ ਗੱਲ ਹੈ, ਪਰ ਇਸ ਗੱਲ ਦੀ ਵੀ ਗਵਾਹੀ ਦੇ ਦਿਓ ਕਿ ਤੁਹਾਡੇ ਮਨ ਨੂੰ ਕਦੀ ਪੰਜਾਂ ਵਿਕਾਰਾਂ ਦਾ ਵੀ ਤਾਪ ਨਹੀਂ ਚੜ੍ਹਿਆ। ਜੇ ਇਹਦੀ ਦੇ ਦਿਓ ਫਿਰ ਮੈਂ ਤੁਹਾਨੂੰ ਸਜਦਾ ਕਰ ਦਿਆਂਗਾ। ਉਂਝ ਮੈਂ ਇਸ ਗੱਲ ਨੂੰ ਬਹੁਤ ਹੀ ਵੱਡੀ ਨਹੀਂ ਮੰਨਦਾ ਕਿ ਤੁਹਾਨੂੰ ਬੁਖਾਰ ਨਹੀਂ ਚੜ੍ਹਿਆ। ਅੱਜ ਇਸ ਕਰਕੇ ਅਧਿਆਤਮਿਕਤਾ ਤਾਂ ਜ਼ਰੂਰੀ, ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਲਈ ਅੱਜ ਵੇਖੋ ਉਦਾਹਰਨ ਦੇ ਤੌਰ 'ਤੇ ਆਪ ਜੀ ਸਾਰੇ ਵੱਡੀ ਉਮਰ ਦੇ ਬੈਠੇ ਹੋ। ਠੀਕ ਹੈ, ਕਿਸੇ ਸਮੇਂ ਜੀਵਨ ਲਿਪਤ ਹੋਇਆ ਵੀ ਹੋਏਗਾ, ਪਰ ਆਪਣੀ ਅਕਲ ਦੇ ਨਾਲ, ਗੁਰੂ ਸ਼ਬਦ ਦੇ ਸਾਧਨਾ ਨਾਲ, ਗੁਰੂ ਕਿਰਪਾ ਦੇ ਨਾਲ ਆਪਣੇ ਜੀਵਨ ਨੂੰ ਸਾਜ ਸਵਾਰ ਲਿਆ। ਅੱਜ ਸ਼ੁੱਧ ਪ੍ਰਤੀਤ ਹੋ ਕੇ ਬੈਠੇ ਹਾਂ। ਪਰ ਜਿਨ੍ਹਾਂ ਦਾ ਜੀਵਨ ਇਸ ਘੁੰਮਣ ਘੇਰੀ ਵਿੱਚ ਭਰਮ ਰਿਹਾ, ਉਹਨਾਂ ਦੇ ਜੀਵਨ ਦੀ ਸੰਭਾਲ ਕਰਨੀ, ਕਰਵਾਉਣੀ, ਜਾਂ ਉਹਨਾਂ ਦੇ ਲਈ ਕਿੰਨੀ ਚੀਜ਼ ਲਾਹੇਵੰਦ ਹੈ, ਉਸ ਉਮਰ ਤਕਾਜ਼ੇ ਦਾ ਤਾਂ ਕੋਈ ਸ਼ਖਸ ਇੱਥੇ ਹੈ ਹੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਲੇ ਊਠ ਨਿਰਾਸ। ਵਿਕਾਰੀ ਜੀਵਨਾਂ ਦੀ ਜਿਹੜੀ ਪਾਹ ਹੈ ਉਹ ਅੰਤਮ ਸਮੇਂ ਮਨੁੱਖ ਨੂੰ ਪਛੇਮਾਨਤਾ ਦੇ ਨਾਲ ਭਰ ਦਿੰਦੀ ਹੈ। ਇਸ ਕਰਕੇ ਇੱਕ ਹੋਰ ਗੱਲ ਦੇ ਵਿੱਚ ਅਰਜ਼ ਕਰਦਿਆਂ ਕਿ ਜੀਵਨ ਦੇ ਵਿੱਚ ਜਿਹੜਾ ਸਿਮਰਤੀ ਹੈ ਉਹ ਸਾਡੇ ਮਰਨ ਤੋਂ ਪਹਿਲਾਂ ਪਹਿਲਾਂ ਸਾਡਾ ਸਾਰਾ ਚੱਕਰ ਪੂਰਾ ਕਰ ਦਿੰਦੀ ਹੈ। ਸਿਮਰਤੀ ਦਾ ਮਤਲਬ ਯਾਦਾਸ਼ਤ। ਹੁਣ ਉਦਾਹਰਨ ਦੇ ਤੌਰ 'ਤੇ ਜੀਵਨ ਦੇ ਵਿੱਚ ਜਿਹੜੇ ਹਨ, ਜੋਬਨ ਅਵਸਥਾ ਵਿੱਚ ਜਿਹੜੇ ਵਿਕਾਰੀ ਕਰਮ ਕੀਤੇ ਹਨ, ਇਹ ਕਦੀ ਇਹ ਗੱਲ ਨੂੰ ਇਵੇਂ ਜਾਣ ਲਓ ਕਿ ਜਿਵੇਂ ਜਵਾਨੀ ਦੇ ਵਿੱਚ ਪੰਜਾਂ ਤੱਤਾਂ ਦਾ ਜ਼ੋਰ ਹੁੰਦਾ ਹੈ, ਉਦੋਂ ਤੱਤਾਂ ਦਾ ਜ਼ੋਰ ਹੈ ਅਤੇ ਬੁੱਧੀ ਮਗਰ ਹੋ ਜਾਂਦੀ ਹੈ। ਬੁਢਾਪੇ ਦੇ ਵਿੱਚ ਤੱਤਾਂ ਦਾ ਜ਼ੋਰ ਘਟ ਜਾਂਦਾ ਅਤੇ ਬੁੱਧੀ ਅੱਗੇ ਆ ਜਾਂਦੀ ਹੈ, ਅਤੇ ਬੰਦੇ ਦਾ ਚਿੰਤਨ ਉਹਨੂੰ ਇਸ ਗੱਲ 'ਤੇ ਮਜਬੂਰ ਕਰਦਾ ਹੈ, ਅਤੇ ਫਿਰ ਇਸ ਗੱਲ 'ਤੇ ਉਹਦੇ ਕੋਲ ਕੋਈ ਯਤਨ ਬਚਦਾ ਹੀ ਨਹੀਂ ਬਾਕੀ। ਇਸ ਕਰਕੇ ਦੁਨੀਆ ਦੇ ਅਧਿਆਤਮ ਪੁਰਖਾਂ ਨੇ ਤਾਂ ਕਰਕੇ ਬਚਪਨ ਦੀ ਬੰਦਗੀ 'ਤੇ ਜ਼ੋਰ ਦਿੱਤਾ ਹੈ, ਤਾਂ ਕਿ ਕਿਉਂਕਿ ਜਦੋਂ ਤੇਰੇ ਕੋਲ ਸਾਰਾ ਕੁਝ ਅਜੇ ਖਾਲੀ ਹੈ, ਮਨ ਵੀ ਖਾਲੀ ਹੈ, ਸੁਰਤ ਬੁੱਧ ਵੀ ਖਾਲੀ ਹੈ, ਇਹਨੂੰ ਚੰਗੇ ਆਦਰਸ਼ ਦੇ ਨਾਲ ਭਰਨਾ ਸ਼ੁਰੂ ਕਰ ਦੇ। ਹੁਣ ਉਦਾਹਰਨ ਦੇ ਤੌਰ 'ਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ, ਤਾਂ ਜ਼ਿਕਰ ਮਿਲਦਾ ਕਿ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਲੈ ਗਏ ਸਨ। ਅਤੇ ਉਹਨਾਂ ਦੇ ਜੀਵਨ ਦਾ ਕਮਾਲ ਦੇਖੋ
ਕਿ ਜਵਾਨੀ ਦੀ ਜਿਸ ਉਮਰ 'ਚ ਖੰਡਾ ਵਾਹੁਣਾ ਸੀ, ਉਸ ਉਮਰ ਦੇ ਵਿੱਚ ਉਹਨਾਂ ਨੇ ਕਿੱਡਾ ਇਕਾਗਰਤਾ ਭਰਿਆ ਕਾਰਜ ਬੀੜਾਂ ਦੇ ਲਿਖਣ ਦੀ ਸੇਵਾ ਕੀਤੀ। ਅਤੇ ਜਿਸ ਉਮਰ ਦੇ ਵਿੱਚ ਉਹਨਾਂ ਨੇ ਆਰਾਮ ਨਾਲ ਬੈਠਣਾ ਸੀ, ਮਤਲਬ ਵਡੇਰੀ ਉਮਰ ਦੇ ਵਿੱਚ, ਉਸ ਉਮਰ ਦੇ ਵਿੱਚ 18 ਸੇਰ ਦਾ ਖੰਡਾ ਪਕੜ ਕੇ ਅਤੇ ਆਪਣੇ ਪਵਿੱਤਰ ਧਾਮਾਂ ਦੀ ਮਰਯਾਦਾ ਬਹਾਲੀ, ਉਹਦੇ ਅਦਬ ਨੂੰ ਮੁੱਖ ਰੱਖ ਕੇ ਜੰਗੇ ਮੈਦਾਨ ਵਿੱਚ ਜੂਝਦੇ ਹਨ। ਇਸ ਕਰਕੇ ਇਹ ਜਿਹੜੇ ਜੀਵਨ ਦੀ ਕਿ ਜਵਾਨੀ ਵਿੱਚ ਇੰਨੀ ਇਕਾਗਰਤਾ ਹੋਣੀ ਕਿ ਇੱਕ ਭੋਰੇ ਵਿੱਚ ਬੈਠ ਕੇ 4 ਬੀੜਾਂ ਲਿਖਣੀਆਂ, ਜਾਂ ਇੰਨੇ ਗੁਰਸਿੱਖਾਂ ਨੂੰ ਬਾਣੀ ਪੜ੍ਹਨ ਪੜ੍ਹਾਉਣ ਦੀ ਸੇਵਾ ਕਰਨੀ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਬਾਣੀ ਦੇ ਅਰਥ ਸੁਣ ਕੇ ਸਮਝਣੇ, ਉਸ ਚੀਜ਼ ਨੂੰ ਇੰਨੀ ਗੰਭੀਰਤਾ ਵਿੱਚ ਕਿਹੜੀ ਚੀਜ਼ ਲੈ ਕੇ ਆਉਂਦੀ? ਉਹ ਬੰਦੇ ਦਾ ਸਿਮਰਨ ਅਭਿਆਸ ਲੈ ਕੇ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ, ਚਾਲੇ ਊਠ ਨਿਰਾਸ, ਉਹ ਜਗਤ ਤੋਂ ਖਾਲੀ ਹੱਥ ਉੱਠ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਕੋਈ ਆਧਾਰ ਨਹੀਂ ਸਿਰਜਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਸਾਨੂੰ ਇਸ ਜੀਵਨ ਦੀ ਇੱਕ ਹਾਲਤ ਸਮਝਾਉਂਦੇ ਹਨ। ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੈ ਨ ਆਨਾ, ਮਾਇਆ ਮੋਹਿ ਸੰਗ ਲਪਟਾਨਾ। ਮੰਦ ਕਰਮ ਦੀ ਰੁਚੀ ਹੈ। ਪਿਛਲੇ ਸਮੇਂ ਦੇ ਵਿੱਚ ਇੱਕ ਦਿੱਲੀ ਯੂਨੀਵਰਸਿਟੀ ਦੇ ਕਿਸੇ ਵਿਦਿਆਰਥਣ ਨੇ ਪੰਜਾਬ ਦੇ ਸਿਨੇਮਿਆਂ ਦਾ ਅਧਿਐਨ ਕੀਤਾ, ਜਿਹੜੀ ਸਿਨੇਮਿਆਂ ਦੇ ਅੰਦਰ ਆਡੀਅੰਸ ਹੁੰਦੀ, ਉਹਦਾ ਅਧਿਐਨ ਕੀਤਾ। ਉਹਨੇ ਇੱਕ ਸਿੱਟਾ ਕੱਢਿਆ, ਕ੍ਰੀਏਟਿਵ ਨੁਕਤੇ ਤੋਂ ਸਟੱਡੀ ਕੀਤਾ ਕਿ ਪੰਜਾਬ ਦੇ ਬੱਚਿਆਂ ਅੰਦਰ ਸਿਰਜਣਾਤਮਕ ਸਮਰੱਥਾਵਾਂ ਕਿੰਨੀਆਂ ਕੁ ਪਈਆਂ ਨੇ, ਮਤਲਬ ਇਹ ਨਵੀਆਂ ਚੀਜ਼ਾਂ ਨੂੰ ਕਿੰਨਾ ਕੁ ਜਨਮ ਦੇ ਸਕਦੇ ਨੇ। ਉਹ ਨਿਰਣੇ 'ਤੇ ਪਹੁੰਚੀ ਕਿ ਪੰਜਾਬ ਦੇ ਭਾਵੇਂ ਕੌਨਵੈਂਟ ਪੜ੍ਹਦੇ ਨੇ ਅਤੇ ਭਾਵੇਂ ਸਰਕਾਰੀ ਸਕੂਲ 'ਚ ਪੜ੍ਹਦੇ ਨੇ, ਸਿਰਫ 6% ਬੱਚੇ ਨੇ ਜਿਹੜੇ ਸਮਾਜ ਦੇ ਲਈ ਲਾਹੇਵੰਦ ਨੇ, ਬਾਕੀ ਸਾਰੇ ਨਕਾਰਾ ਨੇ। ਬੁੱਧੀ ਦੇ ਤਲ 'ਤੇ, ਕਲਪਨਾ ਦੇ ਤਲ 'ਤੇ, ਇਮੋਸ਼ਨ ਦੇ ਤਲ 'ਤੇ, ਡੈਡੀਕੇਸ਼ਨ ਦੇ ਤਲ 'ਤੇ ਸਾਡੇ ਐਸੇ ਸਿੱਟੇ ਹਨ। ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਪੰਜਾਬ ਦੀ ਵੱਡੀ ਉੱਚ ਮੈਡੀਕਲ ਸੰਸਥਾ ਹੈ PGI, ਉਹਨਾਂ ਦੇ ਵਿੱਚ ਪੜ੍ਹਾਈ ਦਾ ਵੀ ਸਿਲਸਿਲਾ ਚੱਲਦਾ ਅਤੇ ਉਹ ਹਰ ਇੱਕ ਸਾਲ ਦੇ ਵਿੱਚ 10-12 ਜਿਹੜੇ ਸਰਵੇ ਕਰਾਉਂਦੇ ਹਨ ਵੱਡੇ ਵੱਖੋ-ਵੱਖ ਨੁਕਤਿਆਂ ਤੋਂ। ਕਦੇ ਉਹਨਾਂ ਦੀਆਂ ਕਾਪੀਆਂ ਕਢਵਾ ਕੇ ਪੜ੍ਹ ਲੈਣਾ ਸਾਡੇ ਪੰਜਾਬ ਦੀ ਵਰਤਮਾਨ ਹਾਲਤ ਕੀ ਹੈ, ਮਿਲ ਜਾਂਦੀਆਂ ਨੇ, ਥੋੜ੍ਹਾ ਉੱਥੇ ਐਪਲੀਕੇਸ਼ਨ ਦੇਈਏ। ਪਰ ਆਪਾਂ ਐਸਾ ਯਤਨ ਨਹੀਂ ਕਰਾਂਗੇ। ਸਾਨੂੰ ਲੱਗਦਾ ਸਭ ਕੁਝ ਚੜ੍ਹਦੀ ਕਲਾ 'ਚ। ਚੜ੍ਹਦੀ ਕਲਾ ਦੇ ਭਰਮ ਵਿੱਚ ਇੰਨੇ ਠੱਗੇ ਗਏ ਆ, ਸਾਨੂੰ ਜੀਵਨ ਦੀਆਂ ਜਿਹੜੀਆਂ ਕਰੂਰ ਹਾਲਤਾਂ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਲੇ ਊਠ ਨਿਰਾਸ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਉਹਦਾ ਭਾਵ ਕੀ ਹੈ ਕਿ ਜਦੋਂ ਸਾਡਾ ਜੀਵਨ ਜਿਹੜਾ ਸਾਡੇ ਅੰਦਰ ਪਵਿੱਤਰ ਸਾਡਾ ਜੀਵਨ ਸੀ, ਸਾਡੇ ਜੀਵਨ ਦੇ 2 ਹਿੱਸੇ, ਕਿ ਜਦੋਂ ਜੰਮੇ ਸਾਂ ਪੂਰੀ ਪਵਿੱਤਰਤਾ ਦੇ ਨਾਲ, ਪੂਰੀ ਸ਼ੁੱਧਤਾ ਦੇ ਨਾਲ, ਜਦੋਂ ਸਾਰੇ ਜੀਵਨ ਨੂੰ ਕਰਕੇ ਫਿਰ ਹਿਰਦੇ ਦੇ ਉਸ ਤਲ 'ਤੇ ਆ ਕੇ ਆਪਣੇ ਜੀਵਨ ਦੀ ਆਰੰਭਕ ਪਵਿੱਤਰਤਾ ਅਤੇ ਸ਼ੁੱਧਤਾ ਦੇ ਸਾਹਮਣੇ, ਉਹਨੂੰ ਦਰਗਾਹ ਕਿਹਾ ਜਾਂਦਾ। ਅਲ ਗਜ਼ਾਲੀ ਸਾਹਿਬ ਨੇ ਕਿਹਾ ਕਿ ਜਦੋਂ ਜੀਵਨ ਦੇ ਵਿੱਚ ਆਪਣੀ ਅਸਲ ਪਵਿੱਤਰਤਾ ਦੇ ਸਾਹਮਣੇ ਮੁੜ ਕੇ ਆਪਣੇ ਸਾਰੇ ਜੀਵਨ ਨੂੰ ਵਾਚਦੇ ਹਾਂ ਅਤੇ ਉਹ ਬੰਦੇ ਦੇ ਅੰਦਰ ਦੇ ਵਾਚਣ ਨੂੰ ਦਰਗਾਹ ਕਿਹਾ ਜਾਂਦਾ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦਰਗਹਿ ਆਏ ਕੰਮ। ਜੇ ਮਸਤਕ ਉਜਲ ਹੋਏਗਾ ਸ਼ੁਭ ਗੁਣਾਂ ਦੇ ਨਾਲ, ਵਿਕਾਰਾਂ ਦੀ ਮੈਲ ਨਾ ਹੋਏਗੀ ਅਤੇ ਜੀਵਨ 'ਚ ਸਕੂਨ ਹੋਏਗਾ। ਜੇ ਜੀਵਨ 'ਚ ਵਿਕਾਰਾਂ ਦੀ ਪਾਹ ਹੋਏਗੀ ਅਤੇ ਅੰਤਮ ਸਮਾਂ ਜਿਹੜਾ ਹੈ ਉਹ ਭੈਦਾਇਕ ਹੋਏਗਾ ਅਤੇ ਬੰਦਾ ਉਹਦੇ ਤੋਂ ਭੈ ਭੀਤ ਹੋਏਗਾ। ਇਸ ਕਰਕੇ ਸ਼ਵੇਤਾ ਵਸਤਰ ਉਪਨਿਸ਼ਦ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਰਨ ਤੋਂ ਪਹਿਲਾਂ ਜਿਹੜੇ ਬੰਦੇ ਦੀ ਸਾਰੇ ਜੀਵਨ ਦੀ ਸਿਮਰਤੀ ਹੈ ਉਹ ਕੁਝ ਕੁ ਸਕਿੰਟਾਂ ਵਿੱਚ ਉਹਦੀ ਅੱਖਾਂ ਸਾਹਮਣੇ ਲੰਘ ਜਾਂਦੀ ਹੈ। ਮਤਲਬ ਬਚਪਨ ਦੇ ਵਿੱਚ, ਜਵਾਨੀ ਵਿੱਚ ਕਿਹੜਾ ਕਰੂਰ ਪਾਪ ਕੀਤਾ ਹੈ, ਕਰੂਰ ਵਿਕਾਰੀ ਕਰਮ ਕੀਤਾ ਹੈ, ਭਾਵੇਂ ਭੁੱਲ ਗਿਆ ਹੋਵੇ, ਉਹਦਾ ਜੀਵਨ 'ਚੋਂ ਪ੍ਰਭਾਵ ਹੀ ਬਿਲਕੁਲ ਖਤਮ ਹੋ ਗਿਆ ਹੋਵੇ, ਪਰ ਕਹਿੰਦੇ ਜਿਹੜੀ ਕੁਦਰਤ ਹੈ, ਕੁਦਰਤ ਦਾ ਜਿਹੜਾ ਰਚਨਾ ਵਿਧਾਨ ਹੈ, ਮਨੁੱਖ ਦੇ ਕਿਸੇ ਆਕਾਰ ਨੂੰ ਖਤਮ ਕਰਨ ਤੋਂ ਪਹਿਲਾਂ ਉਹਦੀ ਜਿਹੜੀ ਸਾਰੀ ਸਿਮਰਤੀ ਹੈ ਜੀਵਨ ਭਰ ਦੇ ਕਰਮਾਂ ਦੀ, ਉਹਦੇ ਅੱਖ ਦੀ ਤਰਫ ਗੁਜਰਾਉਂਦਾ ਹੈ ਅਤੇ ਮਨੁੱਖ ਉਸ ਨੂੰ ਦੇਖ ਕੇ ਤਾਂ ਬਾਣੀ ਚਾਹੁੰਦਾ, ਹੱਥ ਮਰੋੜੇ ਤਨ ਕਪੇ ਚਾਉ ਹੋਆ ਸੇਤ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਝੂਠੇ ਕਰਤੇ ਆਸ ਔਰ ਇਹਨਾਂ ਦੀ ਪੂਰਤੀ ਦੇ ਲਈ, ਕਿਉਂਕਿ ਵਿਕਾਰਾਂ ਦਾ ਪਰਿਵਾਰ ਆਪਸ ਦੇ ਵਿੱਚ ਬੜਾ ਜੁੜਿਆ ਹੋਇਆ ਹੈ। ਇਵੇਂ ਹੈ ਕਿ ਜਦੋਂ ਇੱਕ ਵਿਕਾਰ ਪੈਦਾ ਹੁੰਦਾ, ਦੂਜਾ ਉਹਦੀ ਮਦਦ ਲਈ ਆਉਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਕਾਮ ਪੈਦਾ ਹੋਇਆ, ਕਾਮ ਦੀ ਮਲੀਨ ਭਾਵਨਾ ਪੈਦਾ ਹੋਈ, ਜਿੰਨੇ ਕਾਮ ਪੂਰਤੀ 'ਚ ਮਦਦ ਕਰ ਦਿੱਤੀ ਉਹਦੇ 'ਤੇ ਆ ਗਿਆ ਮੋਹ, ਉਹ ਮੇਰਾ ਬਣ ਗਿਆ ਮਿੱਤਰ। ਜਿੰਨੇ ਕਾਮ ਪੂਰਤੀ ਦੀ ਭਾਵਨਾ ਦੇ ਵਿੱਚ ਅੜਚਨ ਪੈਦਾ ਕਰ ਦਿੱਤੀ ਉਹਦੇ 'ਤੇ ਆ ਗਿਆ ਕ੍ਰੋਧ। ਇਹ ਵਿਕਾਰਾਂ ਦਾ ਜਿਹੜਾ ਜਦੋਂ ਸਹਿਸਕ੍ਰਿਤੀ ਬਾਣੀ ਦੀ ਵਿਚਾਰ ਹੋਈ ਸੀ ਅਤੇ ਇੱਕ ਸ਼ਲੋਕ ਦੇ ਅੰਤਰਗਤ ਦੱਸਿਆ ਕਿ
ਕਿਵੇਂ ਰਲੇ ਹੋਏ ਨੇ ਵਿਕਾਰ ਆਪਸ ਦੇ ਵਿੱਚ, ਕਿ ਉਹ ਉਹਦੀ ਮਦਦ ਕਰਦਾ, ਉਹਦੀ ਮਦਦ ਕਰਦਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਲੇ ਊਠ ਨਿਰਾਸ ਵਿਅਰਥ ਪ੍ਰਕਾਰ ਨੁਕਤੇ ਤੋਂ ਜੀਵਨ ਜਿਉਂ ਕਿ ਮਨੁੱਖ ਗੁਜ਼ਰ ਜਾਂਦਾ ਹੈ। ਆਪਣੇ ਜੀਵਨ ਦੀਆਂ ਜਿਹੜੀਆਂ ਪਵਿੱਤਰ ਚੀਜ਼ਾਂ ਮਿਲੀਆਂ ਹਨ, ਉਹਨਾਂ ਦੀ ਪਵਿੱਤਰ ਸੰਭਾਲ ਨਹੀਂ ਕਰਦਾ। ਆਨੰਦ ਸਾਹਿਬ ਦੀ ਬਾਣੀ 'ਚ ਕਿੰਨਾ ਜ਼ਿਕਰ ਆਉਂਦਾ, ਉਹ ਕਾਹਦੇ ਕਰਕੇ ਆਉਂਦਾ ਹੈ? ਉਹ ਇਸੇ ਕਰਕੇ ਆਉਂਦਾ ਕਿ ਬੜੀਆਂ ਪਵਿੱਤਰ ਚੀਜ਼ਾਂ ਨੇ। ਨੇਤਰਾਂ ਦੀ ਜੋਤ ਬੜੀ ਪਵਿੱਤਰ ਹੈ, ਕੰਨਾਂ ਦਾ ਸੁਣਨਾ ਬੜਾ ਪਵਿੱਤਰ ਹੈ। ਇਸ ਕਰਕੇ ਜੇ ਇਹਨਾਂ ਨੂੰ ਪਵਿੱਤਰ ਨੁਕਤੇ ਤੋਂ ਵਰਤਦਾ ਰਹੇਗਾ ਤਾਂ ਤੈਨੂੰ ਤੇਰਾ ਜੀਵਨ ਅੰਮ੍ਰਿਤਮਈ ਲੱਗੇਗਾ। ਜੇ ਇਹਨਾਂ ਨੂੰ ਕਿਸੇ ਹੋਰ ਨੁਕਤੇ ਤੋਂ, ਕੂੜਿਆਰੀ ਨੁਕਤੇ ਤੋਂ ਵਰਤੇਗਾ, ਫਿਰ ਜੀਵਨ ਜਿਹੜਾ ਹੈ ਨਰਕ ਸਮਾਨ ਲੱਗੇਗਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਗੁਰੂ ਸ਼ਬਦ ਦੀ ਕਮਾਈ ਨਾਲ, ਸੇਵਾ ਦੇ ਯਤਨ ਨਾਲ, ਗਿਆਨ ਦੇ ਗਹਿਰੇ ਚਿੰਤਨ ਦੇ ਨਾਲ, ਸਿਮਰਨ ਦੇ ਜਪ ਅਭਿਆਸ ਦੇ ਨਾਲ, ਕੀਰਤਨ ਦੇ ਨਾਮ ਰਸ ਨਾਲ ਅਸੀਂ ਆਪਣੇ ਅੰਦਰੂਨ ਦੀ ਇੰਨੀ ਨਿਰਮਲ, ਇੰਨੀ ਸ਼ਵੱਛ ਘਾੜਤ ਘੜਨ ਦਾ ਯਤਨ ਕਰੀਏ ਕਿ ਸਾਡੇ ਹਿਰਦੇ ਵਿੱਚ ਕੇਵਲ ਪ੍ਰਭੂ ਦੀ ਯਾਦ ਦਾ ਪਰਮ ਵਾਸ ਹੋਵੇ ਅਤੇ ਅਸੀਂ ਸਾਰੇ ਆਪਣੇ ਜੀਵਨ ਦੀ ਉੱਚ ਪਵਿੱਤਰਤਾ, ਸ਼ੁੱਧਤਾ ਨੂੰ ਕਮਾ ਕੇ ਆਪਣਾ ਜੀਵਨ ਸਫਲਾ ਕਰ ਸਕੇ। ਜੀ ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।